हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਚੀਜ਼ਾਂ ਸਮਝਾਂਗੇ, ਜਿਵੇਂ ਕਿ ਅਸੀਂ ਫੇਜ਼ਸ ਆਫ ਟੀਚਿੰਗ, ਟਾਈਪਸ ਆਫ ਐਜੂਕੇਸ਼ਨ, ਇਸ ਤੋਂ ਬਿਨਾਂ ਲੈਵਲ ਆਫ ਟੀਚਿੰਗ, ਮਾਈਕਰੋ ਟੀਚਿੰਗ ਕੀ ਹੈ, ਅੱਗੇ ਇਸ ਦੇ ਨਾਲ ਰਿਲੇਟਡ ਕੁਐਸਚਨ ਸਮਝਾਂਗੇ। ਅਤੇ ਇਸ ਤੋਂ ਬਿਨਾਂ ਟੀਚਿੰਗ ਮੈਥਡ ਸਮਝਾਂਗੇ ਇੰਪੋਰਟੈਂਟ, ਉਹਨਾਂ ਨਾਲ ਰਿਲੇਟਡ ਕੁਐਸਚਨ ਕਿੱਦਾਂ ਪੁੱਛੇ ਗਏ ਨੇ, ਪ੍ਰੀਵੀਅਸ ਈਅਰ ਦੇ ਕੁਝ ਕੁਐਸਚਨ ਕਰਾਂਗੇ। ਤਾਂ ਅੱਜ ਦੀ ਕਲਾਸ ਮੋਸਟ ਇੰਪੋਰਟੈਂਟ ਹੋਣ ਵਾਲੀ ਹੈ, ਤਾਂ ਕੰਪਲੀਟ ਕਲਾਸ ਨੂੰ ਇਨਜੋਏ ਵਧੀਆ ਕਰਿਓ ਅਤੇ ਧਿਆਨ ਨਾਲ ਇਸ ਨੂੰ ਸਮਝਿਓ। ਤਾਂ ਅਸੀਂ ਸਟਾਰਟ ਕਰਦੇ ਹਾਂ ਜੀ। ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਫੇਜ਼ਸ ਆਫ ਟੀਚਿੰਗ। ਤਾਂ ਤੁਹਾਨੂੰ ਪੰਜਾਬੀ ਦੇ ਵਿੱਚ ਹੋ ਸਕਦਾ ਇਸ ਦੇ ਲਈ ਇੱਦਾਂ ਲਿਖਿਆ ਹੋਵੇ ਅਧਿਆਪਨ ਦੇ ਪੜਾਅ, ਜਾਂ ਫਿਰ ਤੁਹਾਨੂੰ ਮਤਲਬ ਆਪਾਂ ਜਿਹੜੇ ਲੈਵਲ ਨੂੰ ਕਹਾਂਗੇ ਪੱਧਰ, ਠੀਕ ਹੈ, ਅਤੇ ਇਹ ਫੇਜ਼ਸ ਨੇ। ਮੈਂ ਤਾਂ ਤੁਹਾਨੂੰ ਇਹ ਰਿਕਮੈਂਡ ਕਰਾਂਗਾ ਵੀ ਤੁਸੀਂ ਇੰਗਲਿਸ਼ ਦੇ ਵਿੱਚ ਹੀ ਸਮਝਣ ਦੀ ਕੋਸ਼ਿਸ਼ ਕਰੋ। ਗੱਲ ਇੱਥੇ ਫੇਜ਼ਸ ਦੀ ਕਿ ਟੀਚਿੰਗ ਦੇ ਫੇਜ਼ਸ ਕਿਹੜੇ ਕਿਹੜੇ ਨੇ। ਤਾਂ ਇਹਦੇ ਆਪਾਂ 3 ਫੇਜ਼ ਮੰਨਦੇ ਹਾਂ। ਨੰਬਰ 1 ਪ੍ਰੀ ਐਕਟਿਵ, ਨੰਬਰ 2 ਇੰਟਰੈਕਟਿਵ ਅਤੇ ਨੰਬਰ 3 ਪੋਸਟ ਐਕਟਿਵ। ਤਾਂ ਇਸ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਆਪਾਂ ਫਸਟ ਲੈਵਲ ਜਿਹੜਾ ਇਹ ਸਮਝਦੇ ਹਾਂ। ਫਸਟ ਲੈਵਲ ਕੀ ਹੈ ਜੀ? ਪ੍ਰੀ ਐਕਟਿਵ। ਪ੍ਰੀ ਐਕਟਿਵ ਦਾ ਅਰਥ ਇਹ ਹੈ ਕਿ ਬਿਫੋਰ ਟੀਚਿੰਗ, ਅਧਿਆਪਕ ਹਾਲੇ ਪੜ੍ਹਾਉਣ ਦੇ ਲਈ ਕਲਾਸ ਵਿੱਚ ਨਹੀਂ ਗਿਆ, ਉਸ ਤੋਂ ਪਹਿਲਾਂ ਉਹ ਹੋ ਸਕਦਾ ਲੈਸਨ ਪਲਾਨਿੰਗ ਕਰ ਰਿਹਾ ਹੋਵੇ, ਇਹ ਸੋਚ ਰਿਹਾ ਹੋਵੇ ਮੈਂ ਅੱਜ ਕਿਹੜਾ ਟੌਪਿਕ ਪੜ੍ਹਾਵਾਂਗਾ, ਇਸ ਟੌਪਿਕ ਨੂੰ ਕਿਸ ਤਰ੍ਹਾਂ ਐਕਸਪਲੇਨ ਕਰਾਂਗਾ, ਕੀ ਕੁਝ ਅੱਜ ਦੀ ਕਲਾਸ ਵਿੱਚ ਮੈਂ ਕਰਵਾਉਣਾ ਹੈਗਾ। ਉਸ ਤੋਂ ਬਿਨਾਂ ਕੋਈ ਸਮੱਗਰੀ ਇਕੱਠੀ ਕਰਦਾ ਹੋ ਸਕਦਾ ਹੈ। ਤਾਂ ਇਹ ਸਭ ਕੰਮ ਨੇ ਜਿਹੜੇ ਇਹ ਪ੍ਰੀ ਐਕਟਿਵ ਦੇ ਵਿੱਚ ਆਉਣਗੇ, ਮਤਲਬ ਕਿ ਪੜ੍ਹਾਉਣ ਤੋਂ ਪਹਿਲਾਂ ਵੀ ਟੀਚਰ ਐਕਟਿਵ ਹੈ, ਠੀਕ ਹੈ, ਉਸ ਦਾ ਪ੍ਰੋਸੈਸ ਹੈ ਜਿਹੜਾ ਉਹ ਐਕਟਿਵ ਹੈ। ਬਿਫੋਰ ਟੀਚਿੰਗ ਦਾ ਇਹ ਇੱਕ ਫੇਜ਼ ਹੈ। ਅਤੇ ਇੱਕ ਚੀਜ਼ ਇੱਥੇ ਤੁਸੀਂ ਹੋਰ ਧਿਆਨ ਦੇ ਵਿੱਚ ਰੱਖੋਗੇ ਕਿ ਜਿਵੇਂ ਹੁਣ ਇਹ ਸਮਝੋ ਵੀ ਮੈਂ ਇਹ ਕਲਾਸ ਤਿਆਰ ਕੀਤੀ ਹੈ, ਮਤਲਬ ਕਿ ਜਿਹੜੀ ਮੈਂ ਇਹ ਸਲਾਈਡ ਤੁਹਾਨੂੰ ਦਿਸ ਰਹੀ ਹੈ, ਇਹ ਸਾਰੀ ਸਲਾਈਡ ਮੈਂ ਸਲਾਈਡ ਤਿਆਰ ਕੀਤੀ ਹੈ। ਤਾਂ ਇਹ ਸਲਾਈਡ ਮੈਂ ਪਹਿਲਾਂ ਤਿਆਰ ਕੀਤੀ। ਹੁਣ ਜਦੋਂ ਮੈਂ ਸਲਾਈਡ ਤਿਆਰ ਕਰ ਰਿਹਾ ਸੀ, ਮੈਂ ਇਹ ਬਣਾ ਰਿਹਾ ਸੀ, ਮੈਂ ਫੇਜ਼ ਲਿਖ ਰਿਹਾ ਸੀ, ਇਹਦੇ ਇੱਦਾਂ ਬਾਕਸ ਲਗਾ ਰਿਹਾ ਸੀ, ਇਹ ਸਰਕਲ ਦੇ ਵਿੱਚ ਲਗਾ ਕੇ ਇਹਦਾ ਟਾਈਟਲ ਲਿਖ ਰਿਹਾ ਸੀ। ਇਹ ਸਭ ਕੁਛ ਤਿਆਰ ਕਰਨਾ ਮੈਂ ਸੋਚ ਰਿਹਾ ਸੀ ਵੀ ਤੁਹਾਨੂੰ ਮਾਈਕਰੋ ਟੀਚਿੰਗ ਪੜ੍ਹਾਊਂਗਾ, ਇਸ 'ਤੇ ਲੈਵਲ ਪੜ੍ਹਾਵਾਂਗਾ, ਕੁਐਸਚਨ ਆਨਸਰ ਐਡ ਕੀਤੇ। ਤਾਂ ਇਹ ਸਭ ਕੀ ਸੀ? ਪ੍ਰੀ ਐਕਟਿਵ ਸੀ, ਮਤਲਬ ਕਿ ਪੜ੍ਹਾਉਣ ਤੋਂ ਪਹਿਲਾਂ ਮੈਂ ਐਕਟਿਵ ਸੀ, ਮੇਰਾ ਪ੍ਰੋਸੈਸ ਪਹਿਲਾਂ ਐਕਟਿਵ ਹੈਗਾ ਸੀ, ਠੀਕ ਹੈ। ਬਟ ਉਸ ਤੋਂ ਬਾਅਦ ਮੈਂ ਹੁਣ ਪੜ੍ਹਾ ਰਿਹਾ, ਤਾਂ ਇਹ ਕੀ ਹੋ ਗਿਆ? ਇੰਟਰੈਕਟਿਵ ਦਾ ਫੇਜ਼ ਹੋ ਗਿਆ, ਮਤਲਬ ਕਿ ਡਿਊਰਿੰਗ ਟੀਚਿੰਗ, ਵਾਈਲ ਟੀਚਿੰਗ ਕਹਿ ਸਕਦੇ ਹਾਂ, ਠੀਕ ਹੈ। ਮਤਲਬ ਜਦੋਂ ਮੈਂ ਪੜ੍ਹਾ ਰਿਹਾ ਤਾਂ ਮੈਂ ਹੁਣ ਕੀ ਕਰ ਰਿਹਾ, ਹੁਣ ਮੈਂ ਜੋ ਵੀ ਚੀਜ਼ ਯੂਜ਼ ਕਰ ਰਿਹਾ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਰਿਹਾ, ਠੀਕ ਹੈ। ਇਸ ਤੋਂ ਬਿਨਾਂ ਮੈਂ ਤੁਹਾਨੂੰ ਟੌਪਿਕ ਦੀ ਐਕਸਪਲੇਨੇਸ਼ਨ ਕਰ ਰਿਹਾ। ਤਾਂ ਇਹ ਇੰਟਰੈਕਟਿਵ ਪ੍ਰੋਸੈਸ ਦੇ ਇਸ ਫੇਜ਼ ਦੇ ਵਿੱਚ ਆਉਣਗੀਆਂ, ਠੀਕ ਹੈ ਜੀ ਚੀਜ਼ਾਂ। ਅਤੇ ਇਸ ਤੋਂ ਬਾਅਦ ਮੈਂ ਕੀ ਕਹਾਂਗਾ, ਮੈਂ ਬਾਅਦ ਦੇ ਵਿੱਚ ਸੋਚਾਂਗਾ ਜਦੋਂ ਮੈਂ ਇਹ ਵੀਡੀਓ ਅਪਲੋਡ ਕਰਤੀ ਤਾਂ ਮੈਂ ਕੀ ਸੋਚਾਂਗਾ ਵੀ ਇਸ ਵੀਡੀਓ ਦੇ ਉੱਤੇ ਕਿੰਨੇ ਲਾਈਕ ਆਏ, ਕਿੰਨੇ ਵਿਊ ਆਏ, ਇਸ ਵੀਡੀਓ ਦੇ ਵਿੱਚੋਂ ਕਿੰਨੇ ਕੁਐਸਚਨ ਵਧੀਆ ਬਣੇ, ਕਿੰਨੇ ਕੁਐਸਚਨ ਦੋਸਤਾਂ ਨੇ ਇਹ ਦੇਖ ਲਈ ਵੀਡੀਓ। ਉਸ ਤੋਂ ਬਾਅਦ ਮੈਂ ਦੇਖਾਂ ਵੀ ਕਿੰਨੇ ਕੁਐਸਚਨ ਇਸ ਦੇ ਵਿੱਚੋਂ ਆਏ ਨੇ ਪੇਪਰ 'ਚ। ਤਾਂ ਇਹ ਕੀ ਹੋਊਗਾ? ਉਸ ਤੋਂ ਬਾਅਦ ਇਵੈਲੂਏਸ਼ਨ ਹੋਊਗੀ, ਮਤਲਬ ਕਿ ਲਾਸਟ ਫੇਜ਼ ਹੋ ਗਿਆ। ਤਾਂ ਇਸ ਨੂੰ ਅਸੀਂ ਕੀ ਕਹਾਂਗੇ? ਪੋਸਟ ਐਕਟਿਵ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਮੈਂ ਖੁਦ 'ਤੇ ਵੀ ਇਹ ਜਿਹੜੇ ਫੇਜ਼ ਨੇ ਇਹ ਅਪਲਾਈ ਕਰਕੇ ਦੇਖੇ ਨੇ, ਤੁਸੀਂ ਇਹਨਾਂ ਨੂੰ ਇੱਦਾਂ ਸਮਝਿਓ ਆਮ ਐਗਜ਼ਾਮਪਲ ਨਾਲ ਜੋੜ ਕੇ। ਤਾਂ ਪ੍ਰੀ ਐਕਟਿਵ ਪੜ੍ਹਾਉਣ ਤੋਂ ਪਹਿਲਾਂ ਤਿਆਰੀ, ਠੀਕ ਹੈ। ਅਤੇ ਇੰਟਰੈਕਟਿਵ ਦੇ ਵਿੱਚ ਕੀ ਆ ਗਿਆ? ਐਕਸਪਲੇਨੇਸ਼ਨ ਆ ਗਈ ਕਲਾਸ ਦੇ ਵਿੱਚ, ਕਲਾਸ ਮੈਨੇਜਮੈਂਟ ਆ ਗਈ, ਠੀਕ ਹੈ, ਉੱਥੇ ਵਿਆਖਿਆ ਕਰਨੀ ਆ ਗਈ, ਮੈਥਡਸ ਆ ਗਈ, ਠੀਕ ਹੈ। ਇਸ ਤੋਂ ਬਾਅਦ ਪੋਸਟ ਐਕਟਿਵ ਦੇ ਵਿੱਚ ਕੀ ਆ ਗਿਆ? ਪੜ੍ਹਾਉਣ ਤੋਂ ਬਾਅਦ ਟੀਚਰ ਕੀ ਕਰ ਰਿਹਾ ਹੋ ਸਕਦਾ ਹੈ? ਫੀਡਬੈਕ ਲੈ ਰਿਹਾ ਹੋਵੇ, ਇਵੈਲੂਏਸ਼ਨ ਕਰ ਰਿਹਾ ਹੋਵੇ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਇਹ ਥਰਡ ਫੇਜ਼ ਦੇ ਵਿੱਚ ਆ ਜਾਣਗੀਆਂ। ਆਫਟਰ ਟੀਚਿੰਗ ਦਾ ਇਹ ਫੇਜ਼ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਇਸ ਦੇ ਨਾਲ ਰਿਲੇਟਡ ਇੱਕ ਕੁਐਸਚਨ ਹੈਗਾ, ਇੱਕ ਅਧਿਆਪਕ ਜਮਾਤ ਵਿੱਚ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਦਿਖਾਉਣ ਲਈ ਕੁਝ ਸਮੱਗਰੀ ਇਕੱਠੀ ਕਰ ਰਿਹਾ ਹੈ, ਇਹ ਅਧਿਆਪਨ ਦਾ ਕਿਹੜਾ ਪੜਾਅ ਯਾਨੀ ਕਿ ਫੇਜ਼ ਆਫ ਟੀਚਿੰਗ ਕਿਹੜਾ ਹੈਗਾ, ਇਹ ਆਪਾਂ ਨੇ ਦੱਸਣਾ ਹੈ। ਤਾਂ ਇਸ ਦੇ ਵਿੱਚ ਸਿੰਪਲ ਜੀ ਗੱਲ ਵੀ ਹਾਲੇ ਕਲਾਸ ਦੇ ਵਿੱਚ ਗਿਆ ਨਹੀਂ, ਉਸ ਤੋਂ ਪਹਿਲਾਂ ਉਹ ਸਮੱਗਰੀ ਨੂੰ ਇਕੱਠੀ ਕਰ ਰਿਹਾ ਹੈ, ਤਾਂ ਇਹ ਕੀ ਹੋ ਗਿਆ? ਪ੍ਰੀ ਐਕਟਿਵ ਫੇਜ਼ ਹੈ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਸ ਦਾ ਉੱਤਰ ਇਹ ਹੋਣਾ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਲੈਵਲ ਆਫ ਟੀਚਿੰਗ। ਤਾਂ ਟੀਚਿੰਗ ਦੇ ਕੁਝ ਲੈਵਲ ਨੇ, ਇਹ ਜੋ ਲੈਵਲ ਨੇ ਇਹਨਾਂ ਨੂੰ ਆਪਾਂ ਇੱਦਾਂ ਹੀ ਇੱਕ ਮਤਲਬ ਸੀਰੀਜ਼ ਦੇ ਵਿੱਚ ਸਮਝਣਾ। ਇਹ ਪਹਿਲਾ, ਇਹ ਦੂਸਰਾ ਅਤੇ ਇਹ ਸਭ ਤੋਂ ਹਾਈ ਲੈਵਲ ਮੰਨਿਆ ਗਿਆ, ਠੀਕ ਹੈ। ਇੱਦਾਂ ਇਸ ਦਾ ਇੱਕ ਵਾਧਾ ਕਰਮ ਹੈ, ਠੀਕ ਹੈ। ਇਹ ਸਭ ਤੋਂ ਨੀਵਾਂ ਮੰਨਿਆ ਗਿਆ ਲੈਵਲ, ਠੀਕ ਹੈ। ਫਿਰ ਉਸ ਤੋਂ ਉੱਚਾ ਇਹ, ਉਸ ਤੋਂ ਉੱਚਾ ਇਹ, ਠੀਕ ਹੈ ਜੀ। ਤਾਂ ਜਿਹੜਾ ਮੈਮਰੀ ਲੈਵਲ ਹੈ, ਮੈਮਰੀ ਲੈਵਲ ਦੇ ਵਿੱਚ ਕੀ ਹੈ ਕਿ ਟੀਚਰ ਯਾਦ ਕਰਨ 'ਤੇ ਜ਼ੋਰ ਦਿੰਦਾ ਹੈ। ਉਹ ਕੀ ਸੋਚਦਾ ਹੈ ਵੀ ਇਹਨਾਂ ਨੂੰ ਯਾਦ ਕਰਵਾਇਆ ਜਾਵੇ, ਕੁਛ ਮੈਮੋਰਾਈਜ਼ ਕਰਵਾਉਣ 'ਤੇ ਜ਼ੋਰ ਦਿੰਦਾ ਹੈ। ਰੋਟ ਲਰਨਿੰਗ ਵੀ ਇਸ ਦੇ ਵਿੱਚ ਆ ਜਾਂਦੀ ਹੈ ਵੀ ਟੀਚਰ ਕਈ ਵਾਰ ਉਹਨਾਂ ਨੂੰ ਕਹਿ ਰਿਹਾ ਵੀ ਇਹ ਆਨਸਰ ਨੂੰ ਰੱਟ ਲਓ, ਇਹਨੂੰ ਯਾਦ ਕਰ ਲਓ, ਵਾਰ-ਵਾਰ ਇਸ ਨੂੰ ਰਿਵਾਈਜ਼ ਕਰ ਲਓ। ਤਾਂ ਇਹ ਕੀ ਹੈ? ਮੈਮਰੀ ਲੈਵਲ ਹੈ, ਮਤਲਬ ਕਿ ਉਸ ਨੂੰ ਯਾਦ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਤਾਂ ਇਸ ਦੇ ਵਿੱਚ ਜਿਵੇਂ ਆਪਾਂ ਇੱਕ ਇਹਦੀ ਉਦਾਹਰਨ ਲੈਂਦੇ ਹਾਂ, ਮੰਨ ਕੇ ਚਲੋ ਆਪਾਂ ਪੈਵਲੋਵ ਦਾ ਸਿਧਾਂਤ ਪੜ੍ਹ ਰਹੇ ਹਾਂ, ਕਲਾਸੀਕਲ ਕੰਡੀਸ਼ਨਿੰਗ, ਠੀਕ ਹੈ। ਤਾਂ ਤੁਹਾਨੂੰ ਕੀ ਕਹਿ ਦਿੱਤਾ ਗਿਆ ਵੀ ਇਸ 'ਤੇ ਇਹ ਸਟੈਪ ਯਾਦ ਕਰ ਲਓ, ਠੀਕ ਹੈ। ਇਸ ਦੇ ਵਿੱਚ ਇਹ ਕੰਡੀਸ਼ਨਿੰਗ ਹੈ, ਠੀਕ ਹੈ, ਇਹ ਇਸ ਦੇ ਵਿੱਚ ਰਿਸਪੌਂਸ ਹੈ, ਠੀਕ ਹੈ, ਸਟੀਮੂਲਸ ਹੈ। ਤਾਂ ਉਹ ਚੀਜ਼ਾਂ ਤੁਹਾਨੂੰ ਰਟਾ ਦਿੱਤੀਆਂ ਜਾਣ ਵੀ ਯਾਦ ਕਰ ਲਓ, ਬਸ ਇੱਦਾਂ ਹੀ ਯਾਦ ਕਰ ਲਓ। ਇਹ ਹੋ ਗਿਆ ਮੈਮਰੀ ਲੈਵਲ। ਪਰ ਉਸ ਤੋਂ ਬਾਅਦ ਦੂਸਰੇ ਲੈਵਲ ਦੇ ਵਿੱਚ ਹੋ ਸਕਦਾ ਪਹੁੰਚ ਕੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਇਹਨੂੰ ਸਮਝੋ ਵੀ ਇਹ 'ਚ ਰਿਸਪੌਂਸ ਕੀ ਹੈ, ਸਟੀਮੂਲੈਂਸ ਕੀ, ਵੀ ਇਹਨੂੰ ਸਮਝੋ। ਤਾਂ ਦੂਸਰੇ ਲੈਵਲ 'ਚ ਕੀ ਗੱਲ ਆ ਗਈ, ਸਮਝਣਾ, ਠੀਕ ਹੈ। ਅੰਡਰਸਟੈਂਡਿੰਗ ਲੈਵਲ ਹੈ, ਸਮਝ ਦਾ ਲੈਵਲ ਹੈ। ਇਹਦੇ ਵਿੱਚ ਕਿਸੇ ਵੀ ਚੀਜ਼ ਨੂੰ ਕੀ ਕੀਤਾ ਜਾਂਦਾ, ਸਮਝਿਆ ਜਾਂਦਾ ਵੀ ਇਹ ਕਿਉਂ ਹੈ, ਮਤਲਬ ਵੀ ਜਿਹੜੀ ਇਹਦੇ ਵਿੱਚ ਕੀ ਸੀ, ਯਾਦ ਕਰਾਉਣ ਦੇ ਉੱਤੇ ਜ਼ੋਰ ਸੀ। ਪਹਿਲੇ ਲੈਵਲ 'ਚ ਕੀ ਸੀ, ਸਿਰਫ ਯਾਦ ਕਰਵਾਉਣ 'ਤੇ ਜ਼ੋਰ ਸੀ। ਇਹਦੇ ਵਿੱਚ ਸਮਝਣ 'ਤੇ ਜ਼ੋਰ ਹੈ ਵੀ ਉਹ ਚੀਜ਼ ਨੂੰ ਸਮਝਣਾ ਵੀ ਜਿਹੜੀ ਚੀਜ਼ ਯਾਦ ਕੀਤੀ ਹੈ ਉਹ ਇੱਦਾਂ ਕਿਉਂ ਹੈ। ਉਸਨੇ ਪੈਵਲੋਵ ਦੇ ਕੁੱਤੇ ਵਾਲਾ ਜਿਹੜਾ ਸਿਧਾਂਤ ਸੀ ਉਸ ਦੇ ਵਿੱਚ ਕੀ ਸੀ ਕਿ ਜਿਹੜਾ ਆਪਾਂ ਰਿਸਪੌਂਸ ਕਿਸ ਨੂੰ ਕਿਹਾ, ਕੰਡੀਸ਼ਨਿੰਗ ਕਿਸ ਨੂੰ ਕਿਹਾ, ਸਟੀਮੂਲੈਂਸ ਕੀ ਹੈ, ਉਹ ਚੀਜ਼ਾਂ ਨੂੰ ਸਮਝਣਾ, ਠੀਕ ਹੈ। ਇਹਦੇ 'ਚ ਸਮਝ ਆ ਗਈ। ਇਸ ਤੋਂ ਬਾਅਦ ਨੰਬਰ 3 ਆਪਾਂ ਗੱਲ ਕਰਦੇ ਹਾਂ ਰਿਫਲੈਕਟ ਲੈਵਲ। ਸਭ ਤੋਂ ਅਪ ਲੈਵਲ ਹੈ ਇਹ, ਸਭ ਤੋਂ ਬੈਸਟ ਮੰਨਿਆ ਗਿਆ ਇਸ ਨੂੰ, ਠੀਕ ਹੈ। ਸਭ ਤੋਂ ਬੈਸਟ ਇਸ ਨੂੰ ਮੰਨਿਆ ਗਿਆ। ਇਸ ਦੇ ਵਿੱਚ ਤੁਸੀਂ ਕੀ ਕਰੋਗੇ, ਪੈਵਲੋਵ ਦੇ ਕੁੱਤੇ ਦੀ ਤਰ੍ਹਾਂ ਤੁਸੀਂ ਵੀ ਕਿਸੇ 'ਤੇ ਉਹ ਉਪਯੋਗ ਮਤਲਬ ਕਰਕੇ ਦੇਖੋਗੇ, ਠੀਕ ਹੈ। ਵੀ ਤੁਸੀਂ ਕਿਸੇ ਬੱਚੇ 'ਤੇ ਅਪਲਾਈ ਕਰਕੇ ਦੇਖੋਗੇ, ਹੋ ਸਕਦਾ ਤੁਸੀਂ ਵੀ ਕਿਸੇ ਜਾਨਵਰ 'ਤੇ ਅਪਲਾਈ ਕਰਕੇ ਦੇਖੋ। ਤਾਂ ਜਦੋਂ ਤੁਸੀਂ ਹੁਣ ਅਪਲਾਈ ਕਰਕੇ ਦੇਖਣ ਲੱਗੇ, ਇਹ ਰਿਫਲੈਕਟ ਲੈਵਲ ਹੋ ਗਿਆ, ਠੀਕ ਹੈ। ਸਭ ਤੋਂ ਅਪ ਲੈਵਲ ਹੈ ਇਹ ਹੁਣ ਤੁਸੀਂ ਰਿਫਲੈਕਟ ਕਰ ਰਹੇ ਹੋ, ਉਹ ਚੀਜ਼ ਨੂੰ ਅਪਲਾਈ ਕਰਕੇ ਦੇਖ ਰਹੇ ਹੋ, ਉਸ ਦਾ ਸਿੱਟਾ ਕਰ ਰਹੇ ਹੋ। ਜੋ ਚੀਜ਼ ਤੁਸੀਂ ਨੇ ਸਮਝੀ ਸੀ ਉਸ ਤੋਂ ਵੀ ਅੱਗੇ ਜਾ ਰਹੇ ਹੋ ਤੁਸੀਂ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਸ ਨੂੰ ਅਸੀਂ ਸਮਝ ਸਕਦੇ ਹਾਂ। ਬਸ ਇਹਨੂੰ ਇੱਦਾਂ ਯਾਦ ਰੱਖਿਓ, ਇਹ ਲੋ ਲੈਵਲ ਹੈ, ਇਹ ਮੀਡੀਅਮ ਹੈ, ਇਹ ਹਾਈ ਲੈਵਲ ਹੈ, ਠੀਕ ਹੈ। ਇਸ ਦੇ ਵਿੱਚ ਥੋਟ ਨੂੰ ਯਾਦ ਕੀਤਾ ਜਾਂਦਾ ਹੈ, ਇਹਦੇ 'ਚ ਥੋਟ ਨੂੰ ਸਮਝਿਆ ਜਾਂਦਾ, ਇਹਦੇ ਵਿੱਚ ਆਪਣਾ ਕੁਛ ਨਵਾਂ ਥੋਟ ਕ੍ਰੀਏਟ ਕੀਤਾ ਜਾਂਦਾ ਹੈ। ਰਿਫਲੈਕਟ ਲੈਵਲ ਦੇ ਵਿੱਚ ਤੁਸੀਂ ਆਪਣਾ ਕੁਛ ਨਵਾਂ ਬਣਾਓਗੇ, ਠੀਕ ਹੈ। ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਤੁਹਾਨੂੰ ਪਾਣੀ ਦੀ ਪਿਆਸ ਲੱਗੀ। ਨੰਬਰ 1, ਪਹਿਲੇ ਦਿਨ ਤੁਸੀਂ ਕੀ ਕਰ ਲਿਆ, ਕਿਸੇ ਤੋਂ ਪਾਣੀ ਲੈ ਕੇ ਪੀ ਲਿਆ, ਠੀਕ ਹੈ। ਤੁਸੀਂ ਉਰਾਂ ਪਰਾਂ ਤੋਂ ਕਿਤੇ ਤੋਂ ਪਾਣੀ ਕਿਸੇ ਤੋਂ ਲੈ ਕੇ ਮੰਗ ਕੇ ਪਾਣੀ ਪੀ ਲਿਆ, ਠੀਕ ਹੈ। ਉਸ ਤੋਂ ਬਾਅਦ ਦੂਸਰੇ ਦਿਨ ਤੁਸੀਂ ਨੇ ਸੋਚਿਆ ਯਾਰ ਪਾਣੀ ਤਾਂ ਆਪ ਵੀ ਕੱਢਿਆ ਜਾ ਸਕਦਾ, ਧਰਤੀ ਥੱਲੋਂ ਪਾਣੀ ਕੱਢਿਆ ਜਾ ਸਕਦਾ ਹੈ, ਠੀਕ ਹੈ। ਮੰਨ ਕੇ ਚਲੋ ਪਹਿਲੇ ਦਿਨ ਤੁਸੀਂ ਨੇ ਕਿਸੇ ਤੋਂ ਉਰਾਂ ਪਰਾਂ ਤੋਂ ਪਾਣੀ ਲੈ ਕੇ ਪੀਆ ਸੀ, ਅਗਲੇ ਦਿਨ ਤੁਸੀਂ ਨੇ ਪਾਣੀ ਦੇ ਵਾਸਤੇ ਸੋਚਿਆ ਯਾਰ ਪਾਣੀ ਤਾਂ ਇੱਦਾਂ ਪ੍ਰਾਪਤ ਕੀਤਾ ਜਾ ਸਕਦਾ, ਜੇਕਰ ਮੈਂ ਖੂਹ ਪੱਟ ਲਾਂ ਤਾਂ ਪਾਣੀ ਨਿਕਲ ਜੂਗਾ, ਠੀਕ ਹੈ। ਅਤੇ ਉਸ ਤੋਂ ਬਾਅਦ ਇੱਥੇ ਤੁਸੀਂ ਨੇ ਤੀਸਰੇ ਲੈਵਲ 'ਤੇ ਆ ਕੇ ਕੀ ਕੀਤਾ, ਖੂਹ ਪੱਟ ਲਿਆ, ਖੂਹ ਪੱਟ ਕੇ ਤੁਸੀਂ ਨੇ ਪਾਣੀ ਕੱਢ ਲਿਆ। ਉਸ ਤੋਂ ਬਾਅਦ ਤੁਸੀਂ ਪਾਣੀ ਦੀ ਇਵੈਲੂਏਸ਼ਨ ਵੀ ਕੀਤੀ, ਇਹ ਵੀ ਦੇਖਿਆ ਵੀ ਇਹ ਚੰਗਾ ਹੈ ਮਾੜਾ ਹੈ। ਉਸ ਤੋਂ ਬਾਅਦ ਤੁਸੀਂ ਹੋਰਾਂ ਨੂੰ ਵੀ ਦੇਣ ਲੱਗ ਗਏ ਉੱਥੇ ਤੋਂ। ਤਾਂ ਤੁਸੀਂ ਕੀ ਕੀਤਾ, ਕੁਝ ਨਵਾਂ ਕ੍ਰੀਏਟ ਕੀਤਾ ਅਤੇ ਤੁਸੀਂ ਹਾਈ ਲੈਵਲ 'ਤੇ ਗਏ ਹੋ। ਤਾਂ ਇਸ ਤਰੀਕੇ ਨਾਲ ਆਪਾਂ ਨੇ ਵਾਈਲ ਟੀਚਿੰਗ, ਠੀਕ ਹੈ, ਲੈਵਲ ਆਫ ਟੀਚਿੰਗ ਕੀ ਨੇ ਵੀ ਆਪਾਂ ਨੇ ਮੈਮਰੀ ਲੈਵਲ ਨੂੰ ਮਤਲਬ ਠੀਕ ਜਿਹਾ ਮੰਨਿਆ ਜਾਂਦਾ, ਠੀਕ ਹੈ। ਅਤੇ ਅੰਡਰਸਟੈਂਡਿੰਗ ਲੈਵਲ ਵੀ ਠੀਕ ਜਿਹਾ, ਅਤੇ ਸਭ ਤੋਂ ਬੈਸਟ ਲੈਵਲ ਕਿਹਨੂੰ ਮੰਨਿਆ ਜਾਂਦਾ, ਰਿਫਲੈਕਟ ਨੂੰ। ਮਤਲਬ ਮੈਮਰੀ ਨੂੰ ਇੰਨਾ ਪੋਜ਼ੀਟਿਵ ਨਹੀਂ ਮੰਨਿਆ ਜਾਂਦਾ, ਠੀਕ ਹੈ, ਨੈਗੇਟਿਵ ਟਾਈਪ ਹੀ ਹੈ। ਅਤੇ ਉਸ ਤੋਂ ਬਾਅਦ ਅੰਡਰਸਟੈਂਡਿੰਗ ਠੀਕ ਜਾਏ, ਅਤੇ ਇਹ ਜਿਹੜਾ ਰਿਫਲੈਕਟ ਹੈ ਇਹ ਸਭ ਤੋਂ ਬੈਸਟ ਮੰਨਿਆ ਗਿਆ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖਿਓ। ਹੁਣ ਆਪਾਂ ਗੱਲ ਕਰਦੇ ਹਾਂ ਜੀ ਐਜੂਕੇਸ਼ਨ ਦੀਆਂ ਟਾਈਪਸ ਆਫ ਐਜੂਕੇਸ਼ਨ। ਜੋ ਟਾਈਪਸ ਆਫ ਐਜੂਕੇਸ਼ਨ ਹੈ ਇਸ ਦੇ ਵਿੱਚ ਤੁਸੀਂ ਮਤਲਬ ਸਿੱਖਿਆ ਦੀਆਂ ਕਿਸਮਾਂ ਸਮਝੋ, ਠੀਕ ਹੈ। ਸਿੱਖਿਆ ਦੀਆਂ ਕਿਸਮਾਂ ਕੀ ਹੋ ਸਕਦੀਆਂ, ਨੰਬਰ 1 ਫਾਰਮਲ ਨੂੰ ਆਪਾਂ ਪੰਜਾਬੀ 'ਚ ਕੀ ਕਹਿ ਸਕਦੇ ਹਾਂ, ਰਸਮੀ, ਠੀਕ ਹੈ। ਤਾਂ ਦੇਖੋ ਫਾਰਮਲ ਐਜੂਕੇਸ਼ਨ ਜਿਹੜੀ ਰਸਮੀ ਸਿੱਖਿਆ ਹੈ, ਇਸ ਦੇ ਵਿੱਚ ਤੁਸੀਂ ਇੱਦਾਂ ਸਮਝੋ ਵੀ ਤੁਸੀਂ ਤਿਆਰ ਹੋ ਕੇ ਪੂਰਾ ਰੈਡੀ ਸ਼ੈਡੀ ਹੋ ਕੇ ਜਦੋਂ ਕਿਤੇ ਜਾਂਦੇ ਹੋ, ਮਤਲਬ ਤੁਸੀਂ ਕਿਸੇ ਇੰਸਟੀਟਿਊਟ 'ਚ ਕੋਰਸ ਕਰ ਰਹੇ ਹੋ, ਤਿਆਰੀ ਕਰ ਰਹੇ ਹੋ, ਤੁਸੀਂ ਸਵੇਰੇ ਉੱਠੇ, ਤਿਆਰ ਹੋਏ, ਆਪਣਾ ਹੋਮਵਰਕ ਕਰ ਰੱਖਿਆ, ਠੀਕ ਹੈ, ਕੰਪਲੀਟ ਕਰ ਰੱਖਿਆ, ਕਾਪੀ ਕਿਤਾਬਾਂ ਲੈ ਕੇ ਗਏ ਹੋ, ਉੱਥੇ ਰੈਗੂਲਰ ਜਾ ਰਹੇ ਹੋ ਕਿਸੇ ਇੰਸਟੀਟਿਊਟ 'ਚ, ਕਿਸੇ ਸਕੂਲ 'ਚ, ਕਾਲਜ 'ਚ ਤੁਸੀਂ ਰੈਗੂਲਰਲੀ ਜਾ ਰਹੇ ਹੋ। ਅਤੇ ਉੱਥੇ ਰੈਗੂਲਰ ਜਾ ਕੇ ਹੈ ਨਾ, ਹੋ ਸਕਦਾ ਵੀ ਤੁਹਾਡਾ 6 ਮਹੀਨੇ ਦਾ ਕੋਰਸ ਹੋਵੇ, ਸਾਲ ਦਾ ਹੋਵੇ, ਤੁਸੀਂ ਜਾ ਕੇ ਉੱਥੇ ਤੋਂ ਪੂਰਾ ਕੋਰਸ ਕਰਨ ਤੋਂ ਬਾਅਦ ਤੁਸੀਂ ਉੱਥੇ ਇੱਕ ਸਰਟੀਫਿਕੇਟ ਪ੍ਰਾਪਤ ਕਰੋਗੇ। ਤਾਂ ਇਸ ਤਰ੍ਹਾਂ ਇਹ ਸਾਰਾ ਪ੍ਰੋਸੈਸ ਕੀ ਹੋ ਗਿਆ, ਫਾਰਮਲ ਹੋ ਗਿਆ। ਮਤਲਬ ਕਿ ਇਹ ਕਿ ਫਾਰਮਲ ਐਜੂਕੇਸ਼ਨ ਹੈ। ਤੁਸੀਂ ਕੋਈ ਕੋਰਸ ਕਰ ਰਹੇ ਹੋ, B.Ed ਦਾ ਕੋਰਸ ਕੀਤਾ ਤੁਸੀਂ ਨੇ, ਇਹ ਕੀ ਫਾਰਮਲ ਐਜੂਕੇਸ਼ਨ ਹੈ। ਕੋਈ ਵੀ ਡਿਗਰੀ ਕਰ ਰਹੇ ਹੋ, ਇਹ ਕੀ ਫਾਰਮਲ ਐਜੂਕੇਸ਼ਨ ਹੈ। ਮਤਲਬ ਮੈਂ ਸਿੰਪਲ ਐਂ ਸਮਝਦਾ ਹੁੰਨਾ ਵੀ ਜਿਹਦੇ 'ਚ ਤੁਸੀਂ ਤਿਆਰ ਹੋ ਕੇ ਜਾ ਰਹੇ ਹੋ, ਠੀਕ ਹੈ। ਉਸ ਤੋਂ ਬਾਅਦ ਨੰਬਰ 2 ਗੱਲ ਆ ਜਾਂਦੀ ਹੈ, ਦੂਸਰੀ ਸਟੇਜ ਹੈ ਨੋਨ ਫਾਰਮਲ ਨੂੰ ਤੁਹਾਨੂੰ ਹੋ ਸਕਦਾ ਪੰਜਾਬੀ 'ਚ ਵੀ ਅਣਰਸਮੀ ਲਿਖਿਆ ਮਿਲੇ, ਬੇਰਸਮੀ ਲਿਖਿਆ ਮਿਲੇ, ਅਤੇ ਇਸ ਨਾਲ ਮਤਲਬ ਮਿਕਸ ਕਰ ਦਿੰਦੇ ਨੇ ਕਈ ਵਾਰ, ਪੰਜਾਬੀ ਟਰਾਂਸਲੇਸ਼ਨ ਦਾ ਥੋੜ੍ਹਾ ਜਿਹਾ ਪੰਗਾ ਪੈ ਜਾਂਦਾ ਹੈ। ਇਸ ਕਰਕੇ ਤੁਸੀਂ ਕੀ ਕਰੋਗੇ ਜੀ, ਸਿੰਪਲ ਆਪਣਾ ਇੰਗਲਿਸ਼ ਦੇ ਵਿੱਚ ਹੀ ਇਸ ਨੂੰ ਧਿਆਨ ਦੇ 'ਚ ਰੱਖੋਗੇ। ਸੈਕਿੰਡ ਆਪਾਂ ਮੰਨਦੇ ਹਾਂ ਟਾਈਪ ਨੋਨ ਫਾਰਮਲ ਜਿਹੜਾ ਇਹ ਵਿੱਚ ਵਿਚਾਲੇ ਵਾਲੀ ਚੀਜ਼ ਹੈ। ਵਿੱਚ ਵਿਚਾਲੇ ਵਾਲੀ ਚੀਜ਼ ਨੂੰ ਵੀ ਸਮਝਾਂਗੇ ਆਪਾਂ। ਪਹਿਲਾਂ ਦੇਖੋ ਆਪਾਂ ਨੇ ਪਹਿਲੀ ਚੀਜ਼ ਸਮਝ ਲਈ, ਫਾਰਮਲ ਕੀ ਹੈ, ਤੁਸੀਂ ਤਿਆਰ ਹੋ ਕੇ ਜਾ ਰਹੇ ਹੋ, ਰੈਗੂਲਰ ਜਾ ਰਹੇ ਹੋ, ਅਤੇ ਇੱਕ ਪੂਰਾ ਸਟੈਪ ਵਾਈਜ਼ ਚੱਲ ਰਹੇ ਹੋ, ਅਤੇ ਲਾਸਟ 'ਤੇ ਜਾ ਕੇ ਤੁਹਾਨੂੰ ਕੋਈ ਡਿਗਰੀ ਮਿਲੇਗੀ, ਸਰਟੀਫਿਕੇਟ ਮਿਲੇਗਾ, ਠੀਕ ਹੈ। ਅਤੇ ਉਸ ਤੋਂ ਬਾਅਦ ਇਨਫਾਰਮਲ ਨੂੰ ਸਮਝਦੇ ਆਪਾਂ ਪਹਿਲਾਂ। ਇਨਫਾਰਮਲ ਦੇ ਵਿੱਚ ਤੁਸੀਂ ਕੁਛ ਨਹੀਂ ਕਰਨਾ, ਨਾ ਤਾਂ ਤੁਸੀਂ ਉਹਦੇ ਵਿੱਚ ਐਕਟਿਵ ਹੋ ਪੂਰੀ ਤਰ੍ਹਾਂ,
ਨਾ ਤੁਸੀਂ ਮਤਲਬ ਤਿਆਰ ਹੋ ਕੇ ਜਾ ਰਹੇ ਹੋ ਸਕਦਾ ਤੁਸੀਂ ਸਵੇਰੇ ਬਿਸਤਰੇ 'ਚ ਪਏ ਸੀ, ਉੱਥੇ ਆਉਣ ਸਾਰ ਤੁਹਾਨੂੰ ਕਿਸੇ ਨੇ ਕੋਈ ਗੱਲ ਦੱਸਤੀ, ਤੁਸੀਂ ਉੱਥੇ ਤੋਂ ਕੁਝ ਸਿੱਖ ਗਏ, ਉੱਥੇ ਤੁਸੀਂ ਕੁਝ ਸਿੱਖ ਲਿਆ। ਹੋ ਸਕਦਾ ਤੁਸੀਂ ਰਸਤੇ 'ਚ ਤੁਰੇ ਜਾ ਰਹੇ ਸੀ, ਉੱਥੇ ਤੋਂ ਕੁਝ ਸਿੱਖ ਲਿਆ। ਤਾਂ ਇਹਦੇ 'ਚ ਤੁਸੀਂ ਕੀ ਕਰਦੇ ਹੋ, ਆਮ ਜ਼ਿੰਦਗੀ ਤੋਂ ਕੁਝ ਸਿੱਖਦੇ ਹੋ। ਠੀਕ ਹੈ, ਮਤਲਬ ਨੋਰਮਲ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਨੂੰ ਸੌਣ ਤੱਕ ਪੂਰੇ ਦਿਨ ਦੇ ਵਿੱਚ ਤੁਸੀਂ ਕੀ ਸਿੱਖ ਰਹੇ ਹੋ। ਇਸੇ ਤਰ੍ਹਾਂ ਹੋ ਸਕਦਾ ਤੁਸੀਂ ਕਦੇ ਸਿੱਖੋ ਵੀ, ਕਦੇ ਨਾ ਵੀ ਸਿੱਖੋ, ਨਾ ਕਿਤੇ ਜਾਣ ਦੀ ਲੋੜ ਪਵੇ, ਘਰ ਬੈਠੇ ਸਿੱਖ ਜਾਓ। ਮਤਲਬ ਤੁਸੀਂ ਵੈਸੇ ਹੀ ਸਿੱਖ ਰਹੇ ਹੋ, ਨਾ ਕੋਈ 'ਚ ਤੁਹਾਨੂੰ ਸਰਟੀਫਿਕੇਟ ਮਿਲਦਾ, ਨਾ ਤੁਸੀਂ ਇਹਦੇ 'ਚ ਕੋਈ ਤਿਆਰ ਹੋ ਕੇ ਜਾ ਰਹੇ ਹੋ। ਠੀਕ ਹੈ, ਤਾਂ ਇਹ ਕੀ ਹੋ ਗਈ, ਇਨਫੋਰਮਲ ਐਜੂਕੇਸ਼ਨ ਹੋ ਗਈ। ਠੀਕ ਹੈ, ਇਹਦੇ ਵਿੱਚ ਕੀ ਆ ਸਕਦਾ, ਹੋ ਸਕਦਾ ਤੁਸੀਂ ਨੇ ਵਧੀਆ ਬੋਲਣਾ ਸਿੱਖ ਲਿਆ, ਵੀ ਤੁਸੀਂ ਪਹਿਲਾਂ ਘਰੇ ਗੱਲਾਂ ਕਰਦੇ ਸੀ, ਫਿਰ ਵਿਹੜੇ 'ਚ ਗੱਲਬਾਤ ਕਰਨੀ ਸਿੱਖ ਲਈ। ਹੋ ਸਕਦਾ ਤੁਸੀਂ ਨੇ ਪੂਰੇ ਪਿੰਡ ਦੇ ਸਾਹਮਣੇ ਭਾਸ਼ਣ ਦੇਣਾ ਸਿੱਖ ਲਿਆ। ਤਾਂ ਇਹ ਕੀ ਇਨਫੋਰਮਲ ਹੈ। ਠੀਕ ਹੈ, ਆਪਾਂ ਕਹਿ ਦਿੰਦੇ ਵੀ ਇਹ ਵਿਅਕਤੀ ਨੂੰ ਗੱਲ ਕਰਨ ਦੀ ਕਿੰਨੀ ਲਿਆਕਤ ਹੈ, ਤਾਂ ਉਹ ਲਿਆਕਤ ਸਲੀਕਾ ਉਹ ਇਨਫੋਰਮਲ ਹੈ। ਠੀਕ ਹੈ, ਉਸ ਦੇ ਲਈ ਤੁਹਾਨੂੰ ਕੋਈ ਸਰਟੀਫਿਕੇਟ ਨਹੀਂ ਮਿਲੇਗਾ। ਤੁਸੀਂ ਮਤਲਬ ਕੋਈ ਵਧੀਆ ਗੱਲ ਕਰਨੀ ਸਿੱਖ ਲਈ, ਕਿਸੇ ਦਾ ਸਤਿਕਾਰ ਕਰਨਾ ਸਿੱਖ ਲਿਆ, ਉਹਦੇ ਲਈ ਤੁਹਾਨੂੰ ਲਾਸਟ ਸਰਟੀਫਿਕੇਟ ਨਹੀਂ ਮਿਲੇਗਾ ਵੀ ਤੁਸੀਂ ਸਤਿਕਾਰ ਕਰਨ ਵਾਲੇ ਟੌਪਿਕ ਦੇ ਵਿੱਚੋਂ 100 'ਚੋਂ 100 ਨੰਬਰ ਲੈ ਗਏ, ਉਹਦੇ ਲਈ ਕੋਈ ਸਰਟੀਫਿਕੇਟ ਨਹੀਂ ਮਿਲਦਾ। ਬਸ ਆਪਾਂ ਕੀ ਕਰ ਰਹੇ ਹਾਂ, ਜਸਟ ਲਾਈਫ ਤੋਂ ਸਿੱਖ ਰਹੇ ਹਾਂ। ਠੀਕ ਹੈ, ਲਾਈਫ ਦੀਆਂ ਸਿਚੁਏਸ਼ਨ ਤੋਂ ਸਿੱਖ ਰਹੇ ਹਾਂ। ਤਾਂ ਇਹ ਸੀ ਫਾਰਮਲ, ਇਹ ਸੀ ਇਨਫੋਰਮਲ, ਅਤੇ ਨੋਨ ਫਾਰਮਲ ਇਸ ਦਾ ਵਿੱਚ ਵਿਚਾਲਾ ਜੇ। ਠੀਕ ਹੈ, ਮਿਡਲ ਲੈਵਲ ਆਪਾਂ ਕਹਿ ਲਓ, ਵਿੱਚ ਵਿਚਾਲਾ ਜੇ, ਮਤਲਬ ਕਿ ਇਹਦੇ ਵਿੱਚ ਹੋ ਸਕਦਾ ਤੁਹਾਨੂੰ ਲਾਸਟ ਸਰਟੀਫਿਕੇਟ ਮਿਲੇ, ਅਤੇ ਇਸ ਦੇ ਵਿੱਚ ਹੋ ਸਕਦਾ ਤੁਸੀਂ ਤਿਆਰ ਹੋ ਕੇ ਜਾਵੋ, ਇਹ ਵੀ ਹੋ ਸਕਦਾ ਤੁਸੀਂ ਤਿਆਰ ਹੋ ਕੇ ਨਾ ਜਾਵੋ। ਠੀਕ ਹੈ, ਮਤਲਬ ਕਿ ਫਾਰਮਲ ਅਤੇ ਇਨਫੋਰਮਲ ਵਾਲੇ ਦੋਨੇ ਗੁਣ ਮਿਕਸ ਜੇ ਹੋ ਕੇ ਆ ਜਾਂਦੇ ਨੇ। ਫੋਰ ਐਗਜ਼ਾਮਪਲ ਇਹ 'ਚ ਇੱਕ ਹੋਰ ਐਗਜ਼ਾਮਪਲ ਦਿੰਦੇ ਤੁਹਾਨੂੰ, ਇਸ ਲੈਵਲ ਦੇ ਵਿੱਚ ਕੀ ਹੁੰਦਾ, ਡਿਸਟੈਂਸ ਐਜੂਕੇਸ਼ਨ ਆਉਂਦੀ ਹੈ। ਡਿਸਟੈਂਸ ਐਜੂਕੇਸ਼ਨ ਦਾ ਮਤਲਬ ਕੀ ਹੈ, ਵੀ ਕਈ ਵਾਰ ਬਹੁਤੇ ਕੀ ਕਰਦੇ ਨੇ, 10ਵੀਂ 12ਵੀਂ ਕੋਈ ਵੀ ਡਿਗਰੀ ਓਪਨ 'ਚ ਕਰ ਲੈਂਦੇ ਨੇ। ਫੋਰ ਐਗਜ਼ਾਮਪਲ ਇਗਨੋ ਯੂਨੀਵਰਸਿਟੀ ਹੈ, ਉਹਦੇ ਵਿੱਚੋਂ ਤੁਸੀਂ ਨੇ ਕੀ ਕਰ ਲਿਆ, ਮਤਲਬ NTT ਦਾ, BLAV ਦਾ ਕੋਈ ਡਿਪਲੋਮਾ ਭਰ ਰੱਖਿਆ ਹੈ। ਤੁਸੀਂ ਨਾਲੇ ਯੂਨੀਵਰਸਿਟੀ 'ਚ ਰੈਗੂਲਰ ਨਹੀਂ ਜਾ ਰਹੇ, ਤੁਸੀਂ ਨਾ ਤਾਂ ਰੋਜ਼ ਤਿਆਰ ਹੋ ਕੇ ਯੂਨੀਵਰਸਿਟੀ 'ਚ ਪੜ੍ਹਨ ਲਈ ਜਾ ਰਹੇ ਹੋ, ਅਤੇ ਤੁਸੀਂ ਕੀ ਕਰ ਰਹੇ ਹੋ, ਜਸਟ ਘਰ ਬੈਠ ਕੇ ਕੋਈ ਫਾਈਲਾਂ ਵਗੈਰਾ ਬਣਾ ਲਈਆਂ। ਠੀਕ ਹੈ, ਕਿਤਾਬਾਂ ਪੜ੍ਹ ਲਈਆਂ, ਪੇਪਰ ਦੇ ਦੋਗੇ ਤੁਸੀਂ, ਸਰਟੀਫਿਕੇਟ ਮਿਲ ਜੂਗਾ। ਮਤਲਬ ਅੱਧ ਵਿਚਾਲ ਹੈ। ਇਹਦੇ ਵਾਲੇ ਗੁਣ ਵੀ ਹੈਗੇ ਨੇ ਇਹਦੇ 'ਚ, ਇਹਦੇ ਵਾਲੇ ਗੁਣ ਕੀ ਨੇ, ਵੀ ਹੋ ਸਕਦਾ ਲਾਸਟ ਸਰਟੀਫਿਕੇਟ ਮਿਲੇ, ਹੈ ਨਾ, ਇਹ ਵੀ ਹੋ ਸਕਦਾ ਲਾਸਟ ਸਰਟੀਫਿਕੇਟ ਨਾ ਮਿਲੇ, ਮਤਲਬ ਇਹਦੇ ਵਾਲੇ ਗੁਣ ਵੀ ਨੇ। ਇਹਦੇ ਵਿੱਚ ਤਿਆਰ ਹੋ ਕੇ ਜਾਣਾ ਪੈਂਦਾ ਸੀ, ਇਹਦੇ 'ਚ ਜ਼ਰੂਰੀ ਨਹੀਂ ਵੀ ਤੁਸੀਂ ਤਿਆਰ ਹੋ ਕੇ ਜਾਓਗੇ। ਠੀਕ ਹੈ, ਤਾਂ ਇਹਦੇ ਵਿੱਚ ਅੱਧ ਵਿਚਾਲਾ ਵੀ ਤਿਆਰ ਹੋ ਕੇ ਜਾ ਵੀ ਸਕਦੇ ਹੋ, ਤਿਆਰ ਹੋ ਕੇ ਨਹੀਂ ਵੀ ਜਾ ਸਕਦੇ। ਠੀਕ ਹੈ, ਤਾਂ ਇਹ ਕੀ ਹੈ, ਡਿਸਟੈਂਸ ਐਜੂਕੇਸ਼ਨ ਹੋਈ, ਓਪਨ ਐਜੂਕੇਸ਼ਨ ਹੋਈ, ਉਹ ਇਹਦੇ ਵਿੱਚ ਆਉਂਦੇ ਨੇ। ਠੀਕ ਹੈ ਜੀ, ਇਸੇ ਤਰ੍ਹਾਂ ਕਿਸੇ ਇੰਸਟੀਟਿਊਟ ਦੇ ਵਿੱਚ ਲੱਗੇ ਹੋਏ ਹੋ ਤੁਸੀਂ, ਮੰਨ ਕੇ ਚੱਲੋ, ਉਸ ਇੰਸਟੀਟਿਊਟ ਦੇ ਵਿੱਚ ਹੋ ਸਕਦਾ ਤੁਹਾਨੂੰ ਵੈਸੇ ਤੁਸੀਂ ਸਿੱਖਣ ਲਈ ਜਾ ਰਹੇ ਹੋਵੋ, ਵੈਸੇ ਪ੍ਰੈਕਟਿਸ ਕਰਨ ਲਈ ਜਾ ਰਹੇ ਹੋਵੋ, ਕੋਈ ਧਾਰਮਿਕ ਸਥਾਨ 'ਤੇ ਜਾਂਦੇ ਆਪਾਂ, ਉੱਥੇ ਤੋਂ ਕੁਝ ਸਿੱਖ ਕੇ ਆਉਂਦੇ ਹਾਂ, ਆਪਾਂ ਨੂੰ ਸਰਟੀਫਿਕੇਟ ਥੋੜ੍ਹੀ ਮਿਲਦਾ। ਉੱਥੇ ਕਿਸੇ ਮੰਦਰ ਗੁਰੂ ਘਰ ਗਏ ਆਪਾਂ, ਉੱਥੇ ਕੁਝ ਸਿੱਖ ਕੇ ਆਉਂਦੇ ਹਾਂ, ਉੱਥੇ ਜ਼ਰੂਰੀ ਨਹੀਂ ਵੀ ਸਰਟੀਫਿਕੇਟ ਮਿਲੇ, ਉਹ ਕੀ ਹੈ, ਨੋਨ ਫਾਰਮਲ ਹੈ। ਇਸੇ ਤਰ੍ਹਾਂ ਤੁਸੀਂ YouTube 'ਤੇ ਪੜ੍ਹ ਰਹੇ ਹੋ, YouTube 'ਤੇ ਪੜ੍ਹਨ ਦਾ ਹੋ ਸਕਦਾ ਤੁਸੀਂ ਕੋਈ ਇਸ ਤਰ੍ਹਾਂ ਦੇ ਇੰਸਟੀਟਿਊਟ ਜੁਆਇਨ ਕਰਕੇ ਵੀ ਉਹ ਲਾਸਟ 'ਤੇ ਤੁਹਾਨੂੰ ਸਿੱਖਣ ਦਾ ਕੋਈ ਸਰਟੀਫਿਕੇਟ ਵੀ ਦੇਣਗੇ, ਅਤੇ ਇਹਦੇ ਵਿੱਚ ਤੁਸੀਂ ਹੋ ਸਕਦਾ ਡੇਲੀ ਤੁਸੀਂ ਤਿਆਰ ਹੋ ਕੇ ਬਹਿੰਦੇ ਹੋਵੋ ਕਲਾਸਾਂ ਲਗਾਉਣ ਦੇ ਲਈ, ਹੈ ਨਾ, ਕੋਈ ਬੈਚ ਲੈ ਰੱਖਿਆ ਹੋਵੇ ਤੁਸੀਂ ਨਹੀਂ, ਹੋ ਸਕਦਾ ਤੁਸੀਂ ਵੈਸੇ ਹੀ ਤੁਰੇ ਜਾਂਦੇ ਕਲਾਸਾਂ ਦੇਖਦੇ ਹੋਵੋ, ਕੁਛ ਨੋਟ ਨਾ ਕਰਦੇ ਹੋਵੋ। ਮਤਲਬ ਕਿ ਤੁਸੀਂ ਇਸ ਦੇ 'ਚ ਪੈਟਰਨ ਤਾਂ ਹੁੰਦਾ, ਪਰ ਜ਼ਰੂਰੀ ਨਹੀਂ ਵੀ ਲਾਸਟ ਸਰਟੀਫਿਕੇਟ ਮਿਲੇ ਨਾ ਮਿਲੇ। ਠੀਕ ਹੈ, ਇਹ ਕੀ ਹੈ, ਨੋਨ ਫਾਰਮਲ ਹੈ, ਵਿੱਚ ਵਿਚਾਲਾ ਜੇ ਮਤਲਬ। ਠੀਕ ਹੈ, ਇਹ ਫਾਰਮਲ ਹੈ, ਇਹ ਫਾਰਮਲ, ਇਹ ਨੋਨ ਫਾਰਮਲ, ਇਨਫੋਰਮਲ, ਇਹ ਵਿੱਚ ਵਿਚਾਲਾ ਜੇ, ਬਸ ਇਹਨੂੰ ਧਿਆਨ ਦੇ ਵਿੱਚ ਤੁਸੀਂ ਰੱਖੋਗੇ। ਤਾਂ ਨੈਕਸਟ ਜੋ ਕੁਐਸਚਨ ਆਪਾਂ ਇਹ ਡਿਸਕਸ ਕਰਦੇ ਹਾਂ, ਦੇਖੋ ਇਹ ਤੋਂ ਕਲੀਅਰ ਹੋਊਗਾ ਤੁਹਾਨੂੰ, ਜਿਹੜੀ ਸਿੱਖਿਆ ਬੱਚਾ ਪਰਿਵਾਰ ਵਿੱਚੋਂ ਪ੍ਰਾਪਤ ਕਰਦਾ ਹੈ ਉਹ ਕੀ ਹੈ। ਦੇਖੋ ਹੁਣ ਪਰਿਵਾਰ ਵਿੱਚੋਂ ਪ੍ਰਾਪਤ ਕਰਨ ਲਈ ਇਹ ਥੋੜ੍ਹੀ ਵੀ ਉਹ ਹੁਣ ਉਹਨੇ ਹੋਮਵਰਕ ਵੀ ਕਰਿਆ ਹੋਣਾ, ਉਹ ਤਿਆਰ ਹੋ ਕੇ ਸਿੱਖਣ ਲਈ ਗਿਆ, ਵੀ ਸਵੇਰੇ ਉੱਠਿਆ ਆਪਦੇ ਪਰਿਵਾਰ 'ਚ ਗਿਆ, ਮਤਲਬ ਬੈਠਿਆ ਉਹਦੇ ਕੋਲ ਵੀ ਹਾਂ ਮੈਨੂੰ ਸਿਖਾਓ ਮੈਂ ਹੁਣ ਆ ਗਿਆ, ਮਤਲਬ ਉੱਥੇ ਕੋਈ ਲੈਕਚਰ ਨਹੀਂ ਲੱਗ ਰਹੇ, ਪਰਿਵਾਰ ਦੇ ਵਿੱਚ ਵੈਸੇ ਹੀ ਸਿੱਖ ਰਹੇ ਉਹ। ਤਾਂ ਇਹ ਕੀ ਹੈ, ਇਨਫੋਰਮਲ ਹੈ। ਠੀਕ ਹੈ, ਇਹਦੇ ਮੈਂ ਤੁਹਾਨੂੰ ਐਗਜ਼ਾਮਪਲਸ ਦਿੰਦਾ, ਇਹ ਹੋਰ ਵੀ ਵਧੀਆ ਤਰੀਕੇ ਨਾਲ ਕਲੀਅਰ ਹੋ ਪਾਏਗਾ। ਠੀਕ ਹੈ, ਇਹਦੀਆਂ ਆਪਾਂ ਐਗਜ਼ਾਮਪਲਸ ਦੇਖਦੇ ਹਾਂ ਕੀ ਕੀ ਹੋ ਸਕਦੀਆਂ ਨੇ। ਫਾਰਮਲ ਦੇ ਵਿੱਚ ਮੰਨ ਕੇ ਚੱਲੋ ਤੁਸੀਂ ਕਿਸੇ ਸਕੂਲ ਕਾਲਜ 'ਚ ਕੋਈ ਡਿਗਰੀ ਕਰ ਰਹੇ ਹੋ। ਠੀਕ ਹੈ, ਉਹ ਫਾਰਮਲ ਹੈ। ਇਹਦੇ ਵਿੱਚ ਕੀ ਆ ਜਾਊਗਾ, ਤੁਸੀਂ ਕੋਈ YouTube ਤੋਂ ਪੜ੍ਹ ਰਹੇ ਹੋ। ਠੀਕ ਹੈ, ਹੋ ਸਕਦਾ ਤੁਸੀਂ ਕੋਈ ਐਪ ਲੈ ਰੱਖਿਆ ਉਹ ਤੋਂ ਪੜ੍ਹ ਰਹੇ ਹੋ, ਤਾਂ ਇਹ ਕੀ ਹੈ, ਨੋਨ ਫਾਰਮਲ ਹੈ। ਹੋ ਸਕਦਾ ਤੁਸੀਂ ਕੋਈ ਇਗਨੋ ਤੋਂ ਡਿਪਲੋਮਾ ਕਰ ਰਹੇ ਹੋ, ਕਿਸੇ ਓਪਨ ਯੂਨੀਵਰਸਿਟੀ ਤੋਂ ਕੋਈ ਹੋਰ ਡਿਗਰੀ ਕਰ ਰਹੇ ਹੋ, ਤਾਂ ਇਹ ਕੀ ਹੈ, ਨੋਨ ਫਾਰਮਲ ਹੈ। ਇਨਫੋਰਮਲ ਦੇ ਵਿੱਚ ਤੁਸੀਂ ਜ਼ਿੰਦਗੀ ਤੋਂ ਸਿੱਖ ਰਹੇ ਹੋ, ਲਾਈਫ ਤੋਂ ਸਿੱਖ ਰਹੇ ਹੋ। ਠੀਕ ਹੈ, ਮਤਲਬ ਆਮ ਵਿਚਰ ਕੇ ਸਿੱਖ ਰਹੇ ਹੋ। ਤਾਂ ਪਰਿਵਾਰ ਤੋਂ ਸਿੱਖਣਾ, ਠੀਕ ਹੈ, ਵਿਹੜੇ 'ਚੋਂ ਸਿੱਖਣਾ, ਕਿਸੇ ਦੋਸਤ ਮਿੱਤਰ ਤੋਂ ਸਿੱਖਣਾ, ਉਹ ਕੀ ਹੈ, ਇਨਫੋਰਮਲ ਹੈ। ਠੀਕ ਹੈ, ਇਹਦੀਆਂ ਬਸ ਇੱਦਾਂ ਐਗਜ਼ਾਮਪਲਸ ਨੂੰ ਯਾਦ ਰੱਖੋ। ਨੈਕਸਟ ਆਪਾਂ ਗੱਲ ਕਰਦੇ ਹਾਂ ਮਾਈਕਰੋ ਟੀਚਿੰਗ ਦੀ। ਮਾਈਕਰੋ ਟੀਚਿੰਗ ਦਾ ਅਰਥ ਦੇਖੋ, ਮਾਈਕਰੋ ਦਾ ਅਰਥ ਹੋ ਗਿਆ ਛੋਟਾ, ਹੈ ਨਾ, ਪਰ ਹੁਣ ਛੋਟਾ ਦੇ ਆਪਾਂ ਦਾ ਮਤਲਬ ਇਹ ਥੋੜ੍ਹੀ ਅੱਧੀ ਨੌਲੇਜ ਦੇ ਦਾਂਗੇ, ਹੈ ਨਾ, ਇਹਦਾ ਮਤਲਬ ਕਿ ਵੀ ਘੱਟ ਸਮੇਂ 'ਚ ਪੜ੍ਹਾਉਣਾ, ਘੱਟ ਵਿਦਿਆਰਥੀਆਂ ਨੂੰ ਪੜ੍ਹਾਉਣਾ। ਠੀਕ ਹੈ, ਮਤਲਬ ਇੱਦਾਂ ਯਾਦ ਰੱਖ ਲਓ ਇਹਨੂੰ। ਅਤੇ ਇਹਦੀ ਵਰਤੋਂ ਤੁਸੀਂ ਉਦੋਂ ਤੱਕ ਕਰਦੇ ਹੀ ਹੋਵੋਗੇ ਜਦੋਂ ਤੁਸੀਂ B.Ed ਕੀਤੀ ਹੋਊਗੀ। ਉਹ 'ਚ ਇੱਕ ਫਾਈਲ ਬਣਾਉਣੀ ਹੁੰਦੀ ਆਪਾਂ ਨੇ ਮਾਈਕਰੋ ਟੀਚਿੰਗ ਦੀ, ਹੈ ਨਾ, ਉਹਦੇ ਵਿੱਚ ਕੀ ਹੁੰਦਾ ਵੀ ਆਪਾਂ ਨੇ ਸਕਿੱਲਸ ਨੇ ਜਿਹੜੀਆਂ ਉਹ
ਵੀ ਆਪਾਂ ਉੱਥੇ ਕੀ ਹੁੰਦੇ ਹਾਂ, ਵਿਦਿਆਰਥੀ ਅਧਿਆਪਕ ਹੁੰਦੇ ਹਾਂ, ਮਤਲਬ ਕਿ ਪੁਪਿਲ ਟੀਚਰ ਹੁੰਦੇ ਹਾਂ। ਤਾਂ ਵਿਦਿਆਰਥੀ ਅਧਿਆਪਕ ਦੇ ਰੂਪ ਵਿੱਚ ਆਪਾਂ ਕੀ ਕਰਦੇ ਹਾਂ, ਮਤਲਬ ਕਿ ਆਪਾਂ ਵਿਦਿਆਰਥੀ ਵਾਲੇ ਕੰਮ ਵੀ ਕਰ ਰਹੇ ਹਾਂ ਉੱਥੇ ਅਤੇ ਟੀਚਰ ਵਾਲੇ ਕੰਮ ਵੀ ਕਰ ਰਹੇ ਹਾਂ, ਠੀਕ ਹੈ। ਅਤੇ ਆਪਾਂ ਘੱਟ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਾਂ, ਪਰ ਪੜ੍ਹਾ ਤਾਂ ਰਹੇ ਹਾਂ ਪਰ ਘੱਟ ਵਿਦਿਆਰਥੀ ਨੂੰ ਪੜ੍ਹਾਉਣੇ ਉੱਥੇ। ਆਪਣੇ ਕੋਲ ਸਮਾਂ ਵੀ ਘੱਟ ਹੁੰਦਾ, ਟੌਪਿਕ ਵੀ ਰਿਡਿਊਸ ਹੁੰਦਾ, ਠੀਕ ਹੈ। ਤਾਂ ਇਸ ਕੰਸੈਪਟ ਨੂੰ ਦਿੱਤਾ ਸੀਗਾ DW ਅਲੈਨ ਨੇ, ਅਤੇ ਪ੍ਰੋਫੈਸਰ ਸੀ ਇਹ ਸਟੈਨਫੋਰਡ ਯੂਨੀਵਰਸਿਟੀ ਦੇ, ਅਤੇ ਇੰਡੀਆ ਦੇ ਵਿੱਚ ਸਟਾਰਟ ਕੀਤਾ ਗਿਆ ਸੀ ਇਹ DD ਤਿਵਾਰੀ ਦੁਆਰਾ। ਕਦੋਂ? 1967 ਦੇ ਵਿੱਚ। ਅਤੇ ਇਸ ਟੈਕਨੀਕ ਦੇ ਵਿੱਚ ਕੀ ਕੀਤਾ ਜਾਂਦਾ ਹੈ, ਇਟ ਇਜ਼ ਦ ਟੈਕਨੀਕ ਟੂ ਡਿਵੈਲਪ ਟੀਚਿੰਗ ਸਕਿੱਲਸ ਟੂ ਪੀਪਲ ਟੀਚਰ, ਮਤਲਬ ਕਿ ਜਿਹੜਾ ਵਿਦਿਆਰਥੀ ਅਧਿਆਪਕ ਹੈ ਉਸ ਦੀਆਂ ਜਿਹੜੀਆਂ ਸਕਿੱਲਸ ਨੇ ਉਹਨਾਂ ਨੂੰ ਡਿਵੈਲਪ ਕੀਤਾ ਜਾਂਦਾ ਹੈ। ਇਹ ਕਿ ਇੱਕ ਸਕਿੱਲ ਡਾਊਨ ਟੀਚਿੰਗ ਹੈ। ਸਕਿੱਲ ਡਾਊਨ ਦਾ ਮਤਲਬ ਇਹ ਹੈ ਵੀ ਜਿਹੜੀ ਆਮ ਟੀਚਿੰਗ ਹੁੰਦੀ, ਜਿਹੜੀ ਆਪਾਂ ਹੁਣ ਪੜ੍ਹ ਕੇ ਹਟੇ ਟੀਚਿੰਗ, ਉਹਦੇ ਨਾਲੋਂ ਕੀ ਹੈ ਇਹ ਥੋੜ੍ਹੀ ਜਿਹੀ ਡਾਊਨ ਹੈ। ਮਤਲਬ ਕਿ ਉਹਦੇ ਵਿੱਚ ਅਧਿਆਪਕ ਦੀ ਜ਼ਿੰਮੇਵਾਰੀ ਹੈ ਵੀ ਜੇ ਨੰਬਰ ਘੱਟ ਆ ਗਏ, ਵਿਦਿਆਰਥੀ ਨਾ ਸਿੱਖ ਸਕਿਆ ਤਾਂ ਟੀਚਰ 'ਤੇ ਗੱਲ ਜਾਊਗੀ, ਇਹਦੇ 'ਚ ਨਹੀਂ ਜਾਂਦੀ, ਕਿਉਂਕਿ ਇਹਦੇ 'ਚ ਉਹ ਹਾਲੇ ਸਿੱਖ ਰਿਹਾ, ਉਹ ਵੀ ਤਾਂ ਸਿੱਖ ਰਿਹਾ ਹਾਲੇ ਪੜ੍ਹਾਉਣਾ, ਸਮਝ ਰਹੇ ਹੋ। ਤਾਂ ਇਹਦੇ 'ਚ ਕੀ ਕੀਤਾ ਜਾਂਦਾ ਹੈ, ਸਕਿੱਲ ਡਾਊਨ ਟੀਚਿੰਗ ਹੈ। ਮਤਲਬ ਜਿਹੜੀ ਕਲਾਸ ਹੁੰਦੀ ਹੈ ਉਹ ਸਮੋਲ ਹੁੰਦੀ ਹੈ, ਮਿਨੀ ਕਲਾਸ ਵੀ ਇਹਨੂੰ ਕਹਿ ਦਿੰਦੇ ਆਪਾਂ। ਇਹਦੇ 'ਚ ਟਾਈਮ ਹੈ ਜਿਹੜਾ ਉਹ ਵੀ ਲੈਸ ਹੁੰਦਾ, ਘੱਟ ਟਾਈਮ ਯੂਜ਼ ਕੀਤਾ ਜਾਂਦਾ ਹੈ। ਲਗਭਗ ਆਪਾਂ 6 ਤੋਂ 10 ਮਿੰਟ ਦੇ ਵਿੱਚ ਇਹ ਕੰਪਲੀਟ ਕਰਨੀ ਹੁੰਦੀ ਹੈ। ਹਰੇਕ ਸਕਿੱਲ ਦੇ ਉੱਤੇ ਆਪਾਂ ਨੇ 6 ਮਿੰਟ ਲਗਾਉਣੇ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਅਪਰੋਕਸੀਮੇਟ ਕੀ ਕੀਤਾ ਜਾਂਦਾ ਇਹਦੇ 'ਚ 5 ਤੋਂ 10 ਸਟੂਡੈਂਟ ਹੁੰਦੇ ਨੇ। ਮਤਲਬ ਕਿ ਇੱਦਾਂ ਹੁੰਦਾ ਸੀ, ਮੈਂ ਤੁਹਾਨੂੰ ਪੂਰੀ ਗੱਲ ਦੱਸਦਾ, ਤੁਹਾਨੂੰ ਵੀ ਇਹ ਚੀਜ਼ ਪਤਾ ਹੀ ਹੈ ਵੀ ਮਾਈਕਰੋ ਟੀਚਿੰਗ ਦੇ ਵਿੱਚ ਤੁਸੀਂ ਕੀ ਕਰਦੇ ਸੀ, ਮਤਲਬ ਤੁਹਾਡੀ ਜਮਾਤ ਦੇ ਸੀ ਜਿਹੜੇ ਉਹ ਸਾਹਮਣੇ ਬਹਿ ਜਾਂਦੇ ਸੀ, ਤੁਹਾਡੇ ਉਹ ਸਟੂਡੈਂਟ ਬਣ ਜਾਂਦੇ ਸੀ, ਤੁਸੀਂ ਟੀਚਰ ਹੁੰਦੇ ਸੀ। ਇੱਕ ਤੁਹਾਡੇ ਕੋਲ ਕੋਈ ਟੀਚਰ ਹੁੰਦਾ ਸੀ ਜਿਹੜਾ ਤੁਹਾਨੂੰ ਇਵੈਲੂਏਟ ਕਰ ਰਿਹਾ ਹੈ, ਹਾਂ ਤੁਹਾਨੂੰ ਦੇਖ ਰਿਹਾ ਹੈ, ਸੁਪਰਵਾਈਜ਼ਰ ਦਾ ਕੰਮ ਕਰ ਰਿਹਾ, ਉੱਥੇ ਦੇਖ ਰਿਹਾ ਤੁਸੀਂ ਨੇ ਇਹ ਸਕਿੱਲ ਨੂੰ ਸਹੀ ਯੂਜ਼ ਕੀਤਾ ਨਹੀਂ ਕੀਤਾ। ਤਾਂ ਹੁਣ ਉਹ ਤੁਹਾਡੇ ਕਲਾਸਮੇਟ ਤੁਹਾਡੇ ਸਾਹਮਣੇ ਸਟੂਡੈਂਟ ਬਣੇ ਬੈਠੇ ਨੇ, ਤਾਂ ਤੁਸੀਂ ਉੱਥੇ ਪੜ੍ਹਾ ਰਹੇ ਹੋ। ਉੱਥੇ ਇਹ ਤਾਂ ਨਹੀਂ ਹੈਗਾ ਵੀ ਪੂਰੀ ਕਲਾਸ ਹੀ ਹੈ, ਵੀ ਜਿਵੇਂ ਹੁਣ ਤੁਸੀਂ ਮਤਲਬ 1:30 ਦੀ ਰੇਸ਼ੋ ਮੰਨਦੇ ਆਪਾਂ, ਇੱਕ ਟੀਚਰ 30 ਬੱਚੇ ਮਗਰ ਵੀ ਤੁਹਾਡੇ ਸਾਹਮਣੇ 30 ਬੱਚੇ ਲਿਆ ਕੇ ਬਿਠਾ ਤੀ, ਠੀਕ ਹੈ। ਤਾਂ ਤੁਸੀਂ ਹਾਲੇ ਜਸਟ ਇੱਕ ਟਰਾਇਲ ਕਰ ਰਹੇ ਹੋ, ਸਿੱਖ ਰਹੇ ਹੋ, ਟ੍ਰੇਨਿੰਗ ਹੈ ਤੁਹਾਡੀ ਇਹ। ਅਤੇ ਇੱਥੇ ਤੋਂ ਇੱਦਾਂ ਕੁਐਸਚਨ ਬਣ ਸਕਦਾ ਹੈ ਵੀ ਮਾਈਕਰੋ ਟੀਚਿੰਗ ਹੈ ਜਿਹੜੀ ਉਹ ਕਿਵੇਂ ਵਰਤੀ ਜਾਂਦੀ ਹੈ, ਟ੍ਰੇਨਿੰਗ ਦੇ ਲਈ। ਟ੍ਰੇਨਿੰਗ ਲੈ ਰਹੇ ਨੇ ਜਿਹੜੇ ਟੀਚਰ ਬਣਨ ਜਾ ਰਹੇ ਨੇ, ਤਾਂ ਉਹਨਾਂ ਲਈ ਇਹ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਇਹ ਚੀਜ਼ ਨੂੰ ਵੀ ਤੁਸੀਂ ਧਿਆਨ ਦੇ 'ਚ ਰੱਖੋਗੇ, ਤਾਂ ਇਹ ਚੀਜ਼ਾਂ ਧਿਆਨ ਰੱਖੇ। ਇਹਦੇ 'ਚ ਘੱਟ ਸਮਾਂ ਹੁੰਦਾ ਅਤੇ ਸਟੂਡੈਂਟ ਵੀ ਘੱਟ ਹੁੰਦੇ ਨੇ, ਅਤੇ ਇਹ 'ਚ ਮਤਲਬ ਜਿਹੜੀਆਂ ਉਲਝਣਾਂ ਨੇ ਉਹ ਵੀ ਘੱਟ ਹੁੰਦੀਆਂ। ਹੁਣ ਤੁਹਾਡੇ ਕਲਾਸਮੇਟ ਤੁਹਾਡੇ ਸਾਹਮਣੇ ਨੇ, ਹੈ ਨਾ, ਜਾਂ ਫਿਰ ਤੁਹਾਡਾ ਟੀਚਰ ਵੀ ਉੱਥੇ ਮਤਲਬ ਜਿਹੜਾ ਤੁਹਾਨੂੰ ਇਵੈਲੂਏਟ ਕਰ ਰਿਹਾ ਹੈ, ਤਾਂ ਉੱਥੇ ਉਹ ਤੁਹਾਡੇ ਕਲਾਸਮੇਟ ਰੌਲਾ ਥੋੜ੍ਹੀ ਪਾਉਣਗੇ, ਰੌਲਾ ਵੀ ਨਹੀਂ ਪਾਉਂਦੇ, ਉਹ ਸੰਗਣਗੇ ਦੋਨਾਂ ਦੀ ਵੀ ਇਹ ਤਾਂ ਵੀ ਉਦੋਂ ਬਾਅਦ ਸਾਡੀ ਵਾਰੀ ਆਊਗੀ ਪੜ੍ਹਾਉਣ ਦੀ। ਪਰ ਉੱਥੇ ਜਦੋਂ ਤੁਸੀਂ ਰੀਅਲ ਰੂਪ ਵਿੱਚ ਕਲਾਸ 'ਚ ਜਾਓਗੇ ਤਾਂ ਉੱਥੇ ਜਵਾਕ ਰੌਲਾ ਵੀ ਪਾਉਣਗੇ, ਸ਼ਾਂਤੀ ਭੰਗ ਵੀ ਕਰਨਗੇ, ਤੁਹਾਨੂੰ ਕਲਾਸ ਵੀ ਮੈਨੇਜ ਕਰਨੀ ਪਊਗੀ। ਉਹ ਇੱਕ ਦੂਜੇ ਦੇ ਨਾਲ ਲੜਨਗੇ ਵੀ, ਤੁਹਾਨੂੰ ਉਹਨਾਂ ਨੂੰ ਹਟਾਉਣਾ ਹੀ ਪਊਗਾ। ਉਹਨਾਂ ਨੂੰ ਝਿੜਕ ਕੇ ਹੋ ਸਕਦਾ ਇੱਕ ਵਾਰ ਚੁੱਪ ਵੀ ਕਰਾਉਣਾ ਪੈ ਜੇ, ਹੈ ਨਾ, ਲੱਗਦਾ ਛਿੱਤਰ ਪਰੇਡ ਵੀ ਕਰਨੀ ਪੈ ਜੇ ਕਿਸੇ ਦੀ। ਪਰ RTE ਨੂੰ ਧਿਆਨ ਦੇ 'ਚ ਰੱਖਿਓ, ਠੀਕ ਹੈ। ਤਾਂ ਉਹ ਇੱਕ ਅਲੱਗ ਗੱਲ ਹੈ ਵੀ ਤੁਸੀਂ ਹੁਣ ਮਾਈਕਰੋ ਟੀਚਿੰਗ ਦੇ ਵਿੱਚ ਨਹੀਂ ਉਹ ਕੰਮ ਕਰਦੇ, ਉੱਥੇ ਜਸਟ ਤੁਸੀਂ ਇੱਕ ਕੀ ਕਰ ਰਹੇ ਹੋ, ਰਸਮ ਨਿਭਾ ਰਹੇ ਹੋ। ਤਾਂ ਇਸ ਕਰਕੇ ਉਹਦੇ 'ਚ ਚੁਣੌਤੀਆਂ ਘੱਟ ਹੋਣਗੀਆਂ, ਸਮਾਂ ਵੀ ਘੱਟ ਹੈ, ਸਟੂਡੈਂਟ ਵੀ ਘੱਟ ਨੇ, ਅਤੇ ਚੁਣੌਤੀਆਂ ਵੀ ਘੱਟ ਨੇ। ਅਸਲੀ ਕਲਾਸ ਦੇ 'ਚ ਜਦੋਂ ਤੁਸੀਂ ਜਾਓਗੇ ਉਦੋਂ ਚੁਣੌਤੀਆਂ ਵੱਧ ਹੋਣਗੀਆਂ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਇਹਦੀਆਂ ਆਪਾਂ ਕੁਝ ਕੋਰ ਸਕਿੱਲਸ ਸਮਝਦੇ ਹਾਂ, ਮਤਲਬ ਕਿ ਇਹਦੇ 'ਚ ਕੁਝ ਪ੍ਰੈਕਟਿਸਿਸ ਨੇ ਉਹ ਸਮਝਦੇ ਹਾਂ ਆਪਾਂ। ਇੰਟਰੋਡਕਸ਼ਨ ਹੁੰਦੀ ਹੈ, ਇਹਦੇ 'ਚ ਯੂਜ਼ ਆਫ ਬਲੈਕ ਬੋਰਡ ਹੁੰਦਾ, ਕੁਐਸਚਨਿੰਗ ਹੁੰਦੀ ਹੈ, ਅਤੇ ਰੀਇਨਫੋਰਸਮੈਂਟ ਹੁੰਦੀ ਹੈ, ਸਟੀਮੂਲਸ ਕਹਿ ਸਕਦੇ ਹਾਂ, ਵੇਰੀਏਸ਼ਨਸ ਹੁੰਦੀਆਂ ਨੇ, ਠੀਕ ਹੈ। ਵੀ ਤੁਸੀਂ ਕਦੇ ਮਤਲਬ ਖੁਸ਼ ਵੀ ਹੋਣਾ, ਕਦੇ ਗਮੀ ਪੇਸ਼ ਕਰਨੀ ਹੈ ਨਾ, ਮਤਲਬ ਤੁਸੀਂ ਕਦੇ ਮਤਲਬ ਆਪਣੇ ਆਪ ਨੂੰ ਪੂਰਾ ਉਤੇਜਿਤ ਹੋ ਕੇ ਵੀ ਦਿਖਾਉਣਾ, ਕਦੇ ਆਪਣੀ ਆਵਾਜ਼ ਨੂੰ ਧੀਮਾ, ਕਦੇ ਉੱਚੀ, ਮਤਲਬ ਉਹ ਚੀਜ਼ਾਂ ਤੁਸੀਂ ਅਕੋਰਡਿੰਗ ਟੂ ਟੋਪਿਕ ਕਰੋਗੇ, ਠੀਕ ਹੈ, ਐਕਸਪਲੇਨਿੰਗ ਕਰੋਗੇ, ਅਤੇ ਇਸ ਤੋਂ ਬਿਨਾਂ ਐਗਜ਼ਾਮਪਲਸ ਦੇਵੋਗੇ ਤੁਸੀਂ। ਤਾਂ ਇਹ ਸਭ ਚੀਜ਼ਾਂ ਦੀ ਤੁਸੀਂ ਵਰਤੋਂ ਇਸ ਦੇ ਵਿੱਚ ਕਰੋਗੇ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਇਸ 'ਤੇ ਕੁਝ ਸਟੈਪਸ ਨੇ। ਸਟੈਪਸ ਨੇ ਜਿਹੜੇ ਇਹ ਮਤਲਬ ਨੰਬਰ 1 ਆਪਾਂ ਮੰਨਦੇ ਹਾਂ ਪਲੈਨਿੰਗ, ਮਤਲਬ ਕਿ ਤੁਸੀਂ ਟੋਪਿਕ ਦੀ ਪਹਿਲਾਂ ਪਲੈਨਿੰਗ ਬਣਾਈ। ਇਹਦੇ 'ਚ ਕੀ ਆ ਜਾਊਗਾ, ਕਹਿ ਸਕਦੇ ਹਾਂ ਆਪਾਂ ਲੈਸਨ ਪਲਾਨਿੰਗ ਆ ਗਈ। ਤੁਸੀਂ ਨੇ ਮਤਲਬ ਤਾਂ ਤੁਸੀਂ ਜਿਵੇਂ ਹੁਣ ਆਪਾਂ ਪੜ੍ਹਿਆ ਸੀ ਪ੍ਰੀ ਐਕਟਿਵ ਫੇਜ਼ ਦੇ ਵਿੱਚ ਕੀ ਪੜ੍ਹਿਆ ਸੀ ਵੀ ਟੀਚਰ ਕਲਾਸ 'ਚ ਜਾਣ ਤੋਂ ਪਹਿਲਾਂ ਤਿਆਰੀ ਕਰਕੇ ਆ ਰਹੇ ਹੈ, ਤਾਂ ਉਹ ਪਲੈਨਿੰਗ 'ਤੇ ਨਹੀਂ ਟਾਈਮ ਲਗਾਉਂਦਾ। ਪਹਿਲੀ ਵਾਰ ਜਦੋਂ ਪਲੈਨਿੰਗ ਕਰੂਗਾ ਉਸ 'ਤੇ ਟਾਈਮ ਹੀ ਲਗਾਉਂਦਾ, ਕਿਉਂਕਿ ਉਹ ਤਾਂ ਉਹਨੇ ਪਹਿਲਾਂ ਹੀ ਕਰਨੀ ਸੀ, ਲੈਕਚਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਨੀ ਸੀ। ਅਤੇ ਉਹ ਕੀ ਕਰੂਗਾ, ਪਹਿਲਾਂ ਟੀਚਿੰਗ ਕਰੂਗਾ, ਠੀਕ ਹੈ, 6 ਮਿੰਟ 'ਚ, ਮਤਲਬ ਮਾਈਕਰੋ ਟੀਚਿੰਗ ਦੀ ਸਟੈਪ ਨੇ। 6 ਮਿੰਟ ਟੀਚਿੰਗ ਕਰਨੀ ਹੈ, ਫਿਰ 6 ਮਿੰਟ ਫੀਡਬੈਕ ਲੈਣਾ। ਉਸ ਤੋਂ ਬਾਅਦ ਜਦੋਂ ਦੁਬਾਰੇ ਪਲੈਨਿੰਗ ਕਰੂਗਾ ਤਾਂ ਫਿਰ ਉਹ ਟਾਈਮ ਲਗਾਊਗਾ, ਤਾਂ ਉਹ ਉੱਥੇ 12 ਮਿੰਟ ਲਗਾ ਦੂਗਾ। ਉਹੀ ਜਿਹੜੇ 6 ਮਿੰਟ ਇੱਥੇ ਬਚਾਏ ਸੀ ਉਹਨੇ ਘਰੇ ਪਲੈਨਿੰਗ ਕਰਕੇ, ਉਹੀ ਇੱਥੇ ਲਾਉਣੇ ਪੈਗੀ। ਤਾਂ ਹੁਣ 12 ਮਿੰਟ ਦੇ ਵਿੱਚ ਪਲੈਨਿੰਗ ਕਰੂਗਾ, ਰੀਪਲੈਨਿੰਗ, ਠੀਕ ਹੈ। ਅਤੇ ਉਸ ਤੋਂ ਬਾਅਦ 6 ਮਿੰਟ ਰੀਟੀਚਿੰਗ, 6 ਮਿੰਟ ਰੀਫੀਡਬੈਕ। ਤਾਂ ਇਹ ਕੁਝ ਸਟੈਪ ਨੇ ਮਾਈਕਰੋ ਟੀਚਿੰਗ ਦੇ, ਇਹਨਾਂ ਨੂੰ ਤੁਸੀਂ ਧਿਆਨ ਦੇ 'ਚ ਜ਼ਰੂਰ ਰੱਖਿਓ। ਨੈਕਸਟ ਆਪਾਂ ਗੱਲ ਕਰਦੇ ਹਾਂ
ਕੁਝ ਆਪਾਂ ਅਧਿਆਪਨ ਵਿਧੀਆਂ ਸਮਝਾਂਗੇ। ਵੈਸੇ ਅਧਿਆਪਨ ਵਿਧੀਆਂ ਦੇ ਉੱਤੇ ਆਪਾਂ ਇੱਕ ਡਿਟੇਲਡ ਕਲਾਸ ਬਣਾ ਚੁੱਕੇ ਹਾਂ, ਜਿਹਦੇ 'ਚ 33 ਮੈਥਡ ਆਪਾਂ ਨੇ ਕਰਵਾਏ ਸੀ। ਨਹੀਂ ਦੇਖੀ ਤਾਂ ਉਹ ਵੀਡੀਓ ਨੂੰ ਦੇਖ ਲਿਓ ਜਾ ਕੇ, ਠੀਕ ਹੈ। ਟੀਚਿੰਗ ਮੈਥਡ ਵਾਈਜ਼ ਸਟੱਡੀ ਫਾਈਟਰ ਸਰਚ ਕਰ ਦਿਓ, ਵੀਡੀਓ ਆ ਜਾਏਗੀ, ਠੀਕ ਹੈ। ਤਾਂ ਤੁਸੀਂ ਦੇਖੋ ਜੀ, ਸਮਝੋ। ਇਹਦੇ ਵਿੱਚ ਆਪਾਂ ਇੰਪੋਰਟੈਂਟ ਨੇ ਜਿਹੜੇ ਉਹਨਾਂ ਨੂੰ ਡਿਸਕਸ ਕਰਾਂਗੇ। ਜਿਵੇਂ ਹਿਊਰਿਸਟਿਕ ਮੈਥਡ, ਇਹਦੇ ਉੱਤੇ ਕੁਐਸਚਨ ਕਾਫੀ ਵਾਰ ਪੁੱਛਿਆ ਜਾ ਚੁੱਕਿਆ ਹੈ। ਹਿਊਰਿਸਟਿਕ ਮੈਥਡ ਇਹਨੂੰ ਆਪਾਂ ਅਨੁਵੇਸ਼ਨ ਜਾਂ ਹਿਊਰਿਸਟਿਕ ਵਿਧੀ ਕਹਿ ਸਕਦੇ ਹਾਂ। HE ਆਰਮਸਟਰੋਂਗ ਦੁਆਰਾ ਇਹ ਮੈਥਡ ਦਿੱਤਾ ਗਿਆ ਸੀ, ਅਤੇ ਇਹ ਕਿ ਇੱਕ ਚਾਈਲਡ ਸੈਂਟਰਡ ਐਜੂਕੇਸ਼ਨ ਹੈ। ਹਿਊਰਿਸਟਿਕ ਦਾ ਅਰਥ ਹੁੰਦਾ ਖੋਜਣਾ, ਵੀ ਤੁਸੀਂ ਬੱਚਿਆਂ ਨੂੰ ਕਹਿ ਰਹੇ ਹੋ ਵੀ ਇਹ ਤੇ ਖੋਜੋ, ਵੀ ਆਪਣੇ ਵਿਚਾਰ, ਆਪਣੇ ਆਈਡੀਏ ਕਰੋ, ਤਿਆਰ ਕਰੋ, ਵੀ ਤੁਸੀਂ ਇਹਨੂੰ ਕਿਵੇਂ ਸਮੱਸਿਆ ਨੂੰ ਹੱਲ ਕਰ ਸਕਦੇ ਹੋ, ਠੀਕ ਹੈ। ਤਾਂ ਹਿਊਰਿਸਟਿਕ ਮੈਥਡ ਇੱਕ ਬੈਸਟ ਮੈਥਡ ਹੈ ਕਿ ਇਹ ਚਾਈਲਡ ਸੈਂਟਰਡ ਹੈ, ਇਹਨੂੰ ਧਿਆਨ ਦੇ 'ਚ ਤੁਸੀਂ ਜ਼ਰੂਰ ਰੱਖਿਓ। ਨੈਕਸਟ ਗੱਲ ਕਰਦੇ ਹਾਂ ਆਪਾਂ ਪ੍ਰੋਜੈਕਟਡ ਮੈਥਡ। ਤਾਂ ਜਿਹੜਾ ਇਹ ਪ੍ਰੋਜੈਕਟ ਬਣਾਉਣਾ, ਮਤਲਬ ਕਿ ਇਸ 'ਚ ਤੁਸੀਂ ਬੱਚੇ ਨੂੰ ਦੇਤਾ ਟਾਰਗੇਟ ਵੀ ਇਹਦੇ ਉੱਤੇ ਤੂੰ ਕੁਛ ਤਿਆਰ ਕਰਕੇ ਲੈ ਕੇ ਆ, ਠੀਕ ਹੈ। ਤਾਂ ਇਹ ਮੈਥਡ ਦਿੱਤਾ ਸੀਗਾ ਕਿਲਪੈਟਰਿਕ ਨੇ। ਗਰੁੱਪ ਵਰਕ ਕੀਤਾ ਜਾਂਦਾ ਹੈ, ਪੂਰੇ ਗਰੁੱਪ ਨੂੰ ਮੰਨ ਕੇ ਚੱਲੋ ਤੁਸੀਂ ਜਮਾਤ ਦੇ ਵਿੱਚ 5 ਜਣਿਆਂ ਦੀ ਡਿਊਟੀ ਲਾਤੀ ਵੀ ਇਹ ਇਸ ਚੀਜ਼ ਦੇ ਉੱਤੇ ਤੁਸੀਂ ਕੰਮ ਕਰੋਗੇ, ਠੀਕ ਹੈ, ਵੀ ਇਹ ਪ੍ਰੋਜੈਕਟ ਤੁਸੀਂ ਤਿਆਰ ਕਰੋਗੇ। ਇਹ ਕੀ ਹੈ, ਪ੍ਰੋਗਰੈਸਿਵ ਐਜੂਕੇਸ਼ਨ ਦਾ ਸਮਰਥਨ ਕਰਦਾ ਇਹ ਮੈਥਡ, ਠੀਕ ਹੈ ਜੀ, ਪ੍ਰੋਜੈਕਟ ਮੈਥਡ। ਇਹ ਕਿਸ ਨੇ ਦਿੱਤਾ ਸੀ, ਕਿਲਪੈਟਰਿਕ ਨੇ। ਇਹਦੇ ਉੱਤੇ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ। ਡਿਸਕਸ਼ਨ ਮੈਥਡ, ਡਿਸਕਸ਼ਨ ਦੇ ਵਿੱਚ ਕੀ ਹੈ, ਜਿਵੇਂ ਆਪਾਂ ਡਿਸਕਸ਼ਨ ਕਰ ਰਹੇ ਹਾਂ, ਹੈ ਨਾ, ਤਾਂ ਇਸ ਦੇ ਵਿੱਚ ਵੀ ਤੁਹਾਨੂੰ ਕੋਈ ਟੌਪਿਕ ਦੇਤਾ, ਹੈ ਨਾ, ਵੀ ਤੁਹਾਨੂੰ ਕਹਿਤਾ ਵੀ ਤੁਸੀਂ ਡਿਸਕਸ ਕਰੋ ਗਰੁੱਪ 'ਚ ਬਹਿ ਕੇ, ਤਾਂ ਉੱਥੇ ਗਰੁੱਪ ਡਿਸਕਸ਼ਨ ਹੁੰਦੀ ਹੈ। ਅਤੇ ਓਪਨ ਐਂਡਡ ਕੁਐਸਚਨ ਹੁੰਦੇ ਨੇ, ਜਿਹੜੇ ਇਹਦੇ 'ਚ ਕੁਐਸਚਨ ਹੋਣਗੇ ਉਹਨਾਂ ਦਾ ਕੋਈ ਆਨਸਰ ਇਹ ਨਹੀਂ ਹੈਗਾ ਵੀ ਇੱਕੋ ਫਿਕਸ ਹੈ। ਇਹ ਕਹਤਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਉਹ 'ਚ ਡਿਸਕਸ਼ਨ ਕਰਨ ਵਾਲੀ ਕੀ ਹੈ। ਹੁਣ ਜੇ 5 ਜਣਿਆਂ ਨੂੰ ਕਹਿਤਾ ਵੀ ਤੁਸੀਂ, ਤੁਹਾਨੂੰ ਇੱਕ ਸਵਾਲ ਦੇਤਾ ਵੀ ਪੰਜਾਬ ਦੀ ਰਾਜਧਾਨੀ ਕੀ ਹੈ, ਵੀ 5 ਜਣਿਆਂ ਨੂੰ ਕਹਿਤਾ ਵੀ ਤੁਸੀਂ ਡਿਸਕਸ ਕਰੋ, ਤਾਂ ਹੁਣ ਉਹ ਕੀ ਡਿਸਕਸ ਕਰਨਗੇ ਇਸ ਸਵਾਲ ਦੇ ਉੱਤੇ, ਕਿਉਂਕਿ ਇਹ ਇੱਕ ਕਲੋਜ਼ਡ ਐਂਡ ਕੁਐਸਚਨ ਹੈ, ਠੀਕ ਹੈ। ਇਹਦੇ 'ਤੇ ਡਿਸਕਸ਼ਨ ਨਹੀਂ ਹੋ ਸਕਦੀ। ਹੁਣ ਇਹ ਤਾਂ ਹੈ ਨਹੀਂ ਵੀ ਉਹ 5 ਜਣੇ ਕਹਿ ਦੇਣ, ਪਹਿਲਾਂ ਕਹਿ ਦੇ ਯਾਰ ਮੈਨੂੰ ਤਾਂ ਚੰਡੀਗੜ੍ਹ ਲੱਗਦਾ, ਦੂਸਰਾ ਕਹਿ ਦੇ ਨਾ ਪਟਿਆਲਾ, ਅਤੇ ਤੀਸਰਾ ਕਹਿ ਦੇ ਵੀ ਕੁਛ ਹੋਰ ਸ਼ਹਿਰ ਦਾ ਨਾਂ ਲੈ ਦੇ, ਅੰਮ੍ਰਿਤਸਰ, ਅਤੇ ਉਸ ਤੋਂ ਬਾਅਦ ਉਹ ਇਕੱਠਾ ਜਿਹਾ ਕੰਮ ਕਰਕੇ ਕਹਿ ਦੇਣ ਸਰ ਅਸੀਂ ਨੇ ਸਾਰਿਆਂ ਨੇ 5 ਜਣੇ ਰਲ ਕੇ ਸਿੱਟਾ ਕੱਢਿਆ ਡਿਸਕਸ਼ਨ ਦਾ, ਇਹ ਕਨਕਲੂਜਨ ਕੱਢਿਆ ਵੀ ਚਲੋ ਆਪਾਂ ਫਲਾਣੇ ਸ਼ਹਿਰ ਨੂੰ ਮੰਨ ਲੈਂਦੇ ਹਾਂ। ਤਾਂ ਇੱਦਾਂ ਨਹੀਂ ਉਹ 'ਚ ਕੀਤਾ ਜਾ ਸਕਦਾ, ਉਹ ਕੀ ਕਲੋਜ਼ਡ ਐਂਡ ਹੈ। ਤਾਂ ਡਿਸਕਸ਼ਨ ਮੈਥਡ ਦੀ ਕੀ ਖਾਸੀਅਤ ਹੋਊਗੀ, ਇਹਦੇ 'ਚ ਓਪਨ ਐਂਡ ਕੁਐਸਚਨ ਹੋਣਗੇ। ਮਤਲਬ ਕਿ ਜਿਵੇਂ ਕਹਿਤਾ ਕਿ ਪਰਾਲੀ ਦੀ ਸਮੱਸਿਆ ਅੱਜ ਕੱਲ੍ਹ, ਹੈ ਨਾ, ਵੀ ਲੋਕ ਫਸਲ ਜੀਰੀ ਤੋਂ ਬਾਅਦ ਪਰਾਲੀ ਨੂੰ ਅੱਗ ਲਾ ਦਿੰਦੇ ਨੇ, ਉਹਦੇ ਨਾਲ ਪ੍ਰਦੂਸ਼ਣ ਹੁੰਦਾ ਹੈ, ਧਰਤੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ, ਵੀ ਬੱਚੇ ਇਹਦੇ ਡਿਸਕਸ਼ਨ ਕਰੋ। ਬੱਚੇ 5 ਜਣੇ ਗਰੁੱਪ ਬਣਾ ਕੇ ਬੈਠ ਗਏ ਤਾਂ ਉਹ ਸੋਚਣਗੇ ਯਾਰ ਗੱਲ ਤਾਂ ਸਹੀ ਹੈ, ਪ੍ਰਦੂਸ਼ਣ ਹੁੰਦਾ ਹੈ, ਤਾਂ ਆਪਾਂ ਕਿਉਂ ਨਾ ਇਹਨੂੰ ਵਿੱਚੇ ਵਾਹ ਦਈਏ, ਹੈ ਨਾ। ਬਾਣ ਦੇ ਲਈ ਇੱਕ ਕਹੂਗਾ ਵੀ ਯਾਰ ਬਾਣ ਦੇ ਵਾਸਤੇ ਜੇ ਉਹਨਾਂ ਨੂੰ ਵਿੱਚ ਬਾਣ ਦੇ ਵਿੱਚ ਖਤਮ ਕਰਨਾ ਪੈਂਦਾ ਤਾਂ ਉਹ 'ਤੇ ਖਰਚ ਹੁੰਦਾ ਹੈ, ਤਾਂ ਇਹਦੇ ਲਈ ਸਰਕਾਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ। ਇਹਦੇ ਲਈ ਯਾਰ ਹੋਰ ਤਕਨੀਕ ਅਪਣਾਈ ਜਾ ਸਕਦੀ ਹੈ, ਨਵੇਂ ਸਾਧਨ ਲਿਆਂਦੇ ਜਾ ਸਕਦੇ ਨੇ। ਤਾਂ ਉਹ ਸਾਰੇ ਇਹ ਡਿਸਕਸ਼ਨ ਕਰਨ ਤੋਂ ਬਾਅਦ, ਡਿਸਕਸ਼ਨ ਤੋਂ ਬਾਅਦ ਇੱਕ ਸਿੱਟੇ 'ਤੇ ਪਹੁੰਚ ਸਕਦੇ ਨੇ ਵੀ ਸਰ ਇਹ ਚੀਜ਼ ਕੀਤੀ ਜਾ ਸਕਦੀ ਹੈ। ਤਾਂ ਇਹ ਕੀ ਹੋ ਗਿਆ, ਓਪਨ ਐਂਡਡ ਕੁਐਸਚਨ ਹੋ ਗਿਆ। ਇਹ 'ਚ ਡਿਸਕਸ਼ਨ ਹੁੰਦੀ ਹੈ। ਸਹਿਣਸ਼ੀਲਤਾ ਇਹਦੇ ਨਾਲ ਵੱਧਦੀ ਹੈ। ਸਹਿਣਸ਼ੀਲਤਾ ਇੱਦਾਂ ਵਧੀ ਵੀ ਹੋ ਸਕਦਾ ਤੁਸੀਂ ਕੋਈ ਆਈਡੀਆ ਦੇਤਾ, ਪਹਿਲੇ ਬੱਚੇ ਨੇ ਇੱਕ ਆਈਡੀਆ ਦੇਤਾ, ਹੋ ਸਕਦਾ ਦੂਸਰਾ ਉਸ ਨੂੰ ਖਾਰਜ ਕਰ ਦੇ, ਹੋ ਸਕਦਾ ਦੂਸਰੇ ਨੇ ਦੇਤਾ, ਤੀਸਰਾ ਉਸ ਨੂੰ ਖਾਰਜ ਕਰ ਦੇ ਵੀ ਨਾ ਇੱਦਾਂ ਨਹੀਂ ਹੁੰਦਾ। ਜੋ ਤੁਹਾਡੀ ਗੱਲ ਖਾਰਜ ਕੀਤੀ ਜਾਊਗੀ, ਹੋ ਸਕਦਾ ਤੁਹਾਡੀ ਗੱਲ ਅਸੈਪਟ ਕੀਤੀ ਜਾਵੇ, ਤਾਂ ਉਸ ਤਰੀਕੇ ਨਾਲ ਤੁਹਾਡੇ 'ਚ ਸਹਿਣਸ਼ੀਲਤਾ ਆਊਗੀ, ਠੀਕ ਹੈ ਜੀ। ਸਹਿਣਸ਼ੀਲਤਾ ਆਉਂਦੀ ਹੈ, ਸਵੈ ਵਿਸ਼ਵਾਸ ਵੀ ਆਉਂਦਾ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਡਿਸਕਸ਼ਨ ਮੈਥਡ ਨੂੰ ਡਿਸਕਸ ਕਰ ਲਿਆ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਕੁਐਸਚਨ ਆਨਸਰ ਮੈਥਡ। ਕੁਐਸਚਨ ਆਨਸਰ ਮੈਥਡ ਸੀ ਜਿਹੜਾ ਇਹ ਸੁਕਰਾਤ ਦੁਆਰਾ ਦਿੱਤਾ ਗਿਆ ਸੀ, ਠੀਕ ਹੈ, ਸੋਕਰੇਟਸ ਕਹਿ ਸਕਦੇ ਹਾਂ ਆਪਾਂ। ਤਾਂ ਇਸ ਨੇ ਦਿੱਤਾ ਸੀ। ਇਸ ਦੇ ਵਿੱਚ ਕੀ ਹੈ, ਐਕਟਿਵ ਲਰਨਿੰਗ ਇਨਵੋਲਵ ਹੈ, ਮਤਲਬ ਕਿ ਬੱਚੇ ਨੂੰ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਐਕਟਿਵ ਹੋ ਜਾਂਦਾ ਹੈ। ਜਿਵੇਂ ਕਿ ਤੁਹਾਨੂੰ ਇੱਕ ਪੈਰਾ ਦੇਤਾ, ਤੁਹਾਨੂੰ ਕਹਿੰਦਾ ਵੀ ਇਹ ਪੈਰੇ ਨੂੰ ਪੜ੍ਹ ਲਓ, ਤੁਸੀਂ ਉਹਨੂੰ 1-2 ਮਿੰਟ ਦੇਖ ਕੇ ਕਹਿ ਦੋਗੇ ਬਸ ਠੀਕ ਹੈ, ਉਹ 'ਚ ਤੁਹਾਡੇ ਕੁਛ ਨਹੀਂ ਯਾਦ ਹੋਣਾ, ਤੁਸੀਂ ਕੁਛ ਲੱਭੇ ਨਹੀਂ ਸਕਣੀ। ਪਰ ਜੇ ਤੁਹਾਨੂੰ ਪਹਿਲਾਂ ਕੁਐਸਚਨ ਕਹਿਤਾ ਵੀ ਇਹ ਕੁਐਸਚਨ ਹੈ ਅਤੇ ਹੁਣ ਪੈਰੇ ਨੂੰ ਪੜ੍ਹੋ, ਤਾਂ ਤੁਹਾਡੇ ਮਨ 'ਚ ਇੱਕ ਕੁਐਸਚਨ ਹੈ, ਤਾਂ ਉੱਥੇ ਤੁਸੀਂ ਐਕਟਿਵ ਹੋ ਕੇ ਉਸ ਨੂੰ ਪੈਰੇ ਨੂੰ ਪੜ੍ਹੋਗੇ ਅਤੇ ਉਸ ਦਾ ਆਨਸਰ ਖੋਜ ਪਾਓਗੇ। ਤਾਂ ਹੀ ਤੁਹਾਨੂੰ ਕੀ ਕਿਹਾ ਜਾਂਦਾ, ਜੇ ਤੁਸੀਂ ਪੈਰੇ ਵਾਲੇ ਕੁਐਸਚਨ ਹੱਲ ਕਰਨੇ ਨੇ, ਪਹਿਲਾਂ ਕੁਐਸਚਨ ਪੜ੍ਹ ਲਓ, ਠੀਕ ਹੈ, ਫਿਰ ਆਨਸਰ ਮਤਲਬ ਪੈਰੇ ਨੂੰ ਦੇਖਿਓ। ਜੋ ਤੁਸੀਂ ਕੁਐਸਚਨ ਪੜ੍ਹ ਲਓਗੇ, ਤੁਹਾਡੇ ਮਨ 'ਚ ਸਵਾਲ ਪੈਦਾ ਹੋ ਗਿਆ, ਤਾਂ ਉਸ ਦਾ ਉੱਤਰ ਤੁਹਾਨੂੰ ਲੱਭੂਗਾ ਜਦੋਂ ਤੁਸੀਂ ਪੈਰਾ ਪੜ੍ਹੋਗੇ, ਠੀਕ ਹੈ ਜੀ। ਤਾਂ ਇਹ ਕੀ ਹੈ, ਪ੍ਰਭਾਵਸ਼ਾਲੀ ਹੈ, ਕਿਰਿਆਸ਼ੀਲ ਹੈ, ਐਕਟਿਵ ਹੁੰਦੇ ਨੇ ਬੱਚੇ, ਇਸ ਦੇ ਵਿੱਚ ਐਕਟਿਵ ਨੇ, ਟੀਚਰ ਵੀ ਐਕਟਿਵ ਹੈ। ਤਾਂ ਇਹ ਚਾਈਲਡ ਸੈਂਟਰਡ ਅਤੇ ਟੀਚਰ ਸੈਂਟਰਡ ਦੋਨੇ ਤਰ੍ਹਾਂ ਦਾ ਹੋ ਸਕਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਲੈਕਚਰ ਮੈਥਡ। ਜਿਹੜਾ ਲੈਕਚਰ ਮੈਥਡ ਹੈ ਇਹ ਪੁਰਾਣਾ ਹੈ, ਠੀਕ ਹੈ, ਪੁਰਾਣਾ ਹੈਗਾ, ਰਵਾਇਤੀ ਹੈ, ਮਤਲਬ ਕਿ ਬਹੁਤ ਸ਼ੁਰੂ ਤੋਂ ਹੀ ਇਹ ਚੱਲਿਆ ਆ ਰਿਹਾ ਹੈ, ਪੁਰਾਣਾ ਅਤੇ ਰਵਾਇਤੀ ਹੈ। ਅਧਿਆਪਕ ਕੇਂਦਰਿਤ ਹੈ। ਅਧਿਆਪਕ ਕੀ ਕਰਦੇ ਹੈ, ਬੱਚੇ ਬੈਠੇ ਨੇ, ਉਹਨਾਂ ਦੇ ਸਾਹਮਣੇ ਖੜ੍ਹ ਕੇ ਆਪਦੀਆਂ ਛੱਡੀ ਜਾਂਦਾ ਹੈ, ਆਪਦਾ ਭਾਸ਼ਣ ਦੇਈ ਜਾਂਦਾ ਹੈ ਨਾ, ਲੈਕਚਰ ਦੇਈ ਜਾਂਦਾ। ਤਾਂ ਇਹ ਕੀ ਹੈ, ਲੈਕਚਰ ਮੈਥਡ ਹੈ। ਲੈਕਚਰ ਮੈਥਡ ਵਧੀਆ ਕਿਉਂ ਹੈ, ਕਿਉਂਕਿ ਜ਼ਿਆਦਾ ਵਿਦਿਆਰਥੀ ਨੇ ਤਾਂ ਉਹਨਾਂ ਨੂੰ ਇੱਕੋ ਸਮੇਂ ਪੜ੍ਹਾਉਣੇਗਾ, ਤਾਂ ਉਸ ਦੇ ਵਿੱਚ ਇਹ ਸਹਾਇਕ ਹੋ ਜਾਏਗਾ। ਤਾਂ ਜ਼ਿਆਦਾ ਵਿਦਿਆਰਥੀਆਂ ਵਿੱਚ ਅਧਿਆਪਨ ਸਮੇਂ ਸਹਾਇਕ ਹੋ ਸਕਦਾ ਵੀ ਤੁਸੀਂ 11ਵੀਂ 12ਵੀਂ ਜਮਾਤ, ਅੱਜ ਕੁਝ ਟੀਚਰ ਛੁੱਟੀ 'ਤੇ ਨੇ, ਠੀਕ ਹੈ,
ਤੇ ਮਤਲਬ ਕਿਸੇ ਕਾਰਨ ਜਾਂ ਉਹਨਾਂ ਦੀ ਕਿਤੇ ਡਿਊਟੀ ਲੱਗ ਗਈ ਮੰਨ ਕੇ ਚੱਲੋ, ਤਾਂ ਤੁਸੀਂ ਕੀ ਕਰਨਾ ਪਏਗਾ ਤੁਹਾਨੂੰ 11ਵੀਂ 12ਵੀਂ ਕਲਾਸ ਦੇ ਵਿੱਚ ਇੱਕ ਦੀ ਕਲਾਸ ਦੇ ਵਿੱਚ ਸੀ ਮੰਨ ਕੇ ਚੱਲੋ 25 ਬੱਚੇ, ਇੱਕ ਦੇ ਵਿੱਚ ਸੀ ਦੂਸਰੀ ਵਿੱਚ ਵੀ 25 ਬੱਚੇ ਸੀ, ਤਾਂ ਉਹ 25 ਦੇ 25 50 ਨੂੰ ਤੁਸੀਂ ਇਕੱਠਾ ਕਰਕੇ ਇੱਕ ਕਮਰੇ 'ਚ ਬਿਠਾ ਤਾਂ ਲਿਆ। ਹੁਣ ਤੁਸੀਂ ਉੱਥੇ ਇਹ ਥੋੜ੍ਹੀ ਵੀ ਤੁਸੀਂ ਇਕੱਲੇ ਧਿਆਨ ਦੇ ਕੇ ਉਹਨੂੰ ਪੜ੍ਹਾ ਲਓਗੇ, ਨਾ ਉੱਥੇ ਤੁਹਾਨੂੰ ਕੀ ਕਰਨਾ ਪਊਗਾ, ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਉਹਨਾਂ ਦਾ ਧਿਆਨ ਖਿੱਚਣ ਦੇ ਲਈ ਬਸ ਸਾਹਮਣੇ ਖੜ੍ਹ ਕੇ ਲੈਕਚਰ ਦੇ ਥਰੂ ਭਾਸ਼ਣ ਦੇ ਥਰੂ ਪੜ੍ਹਾਉਣਾ ਪਊਗਾ ਉਹਨਾਂ ਨੂੰ। ਕੋਈ ਇਸ ਤਰ੍ਹਾਂ ਦਾ ਟੌਪਿਕ ਸਟਾਰਟ ਕਰ ਲਓ ਵੀ ਜਿਹੜਾ ਸਾਰਿਆਂ ਨੂੰ ਪੜ੍ਹਾਇਆ ਜਾ ਸਕੇ। ਜਦੋਂ ਤੁਸੀਂ ਸਾਰਿਆਂ ਨੂੰ ਲੈਕਚਰ ਦੇ ਰਹੇ ਹੋਵੋਗੇ ਤਾਂ ਉਹ ਸੁਣਨਗੇ, ਇਸ ਤਰੀਕੇ ਨਾਲ ਕਲਾਸ ਵੀ ਕੰਟਰੋਲ ਹੋ ਜਾਊਗੀ ਅਤੇ ਉਹ ਸਿੱਖ ਵੀ ਜਾਣਗੇ, ਟੀਚਿੰਗ ਵੀ ਹੋ ਜਾਊਗੀ, ਲਰਨਿੰਗ ਵੀ ਹੋ ਜਾਊਗੀ। ਤਾਂ ਇਸੇ ਨੂੰ ਕਿਹਾ ਜਾਂਦਾ ਟੀਚਿੰਗ ਲਰਨਿੰਗ ਪ੍ਰੋਸੈਸ। ਠੀਕ ਹੈ ਜੀ। ਤਾਂ ਲੈਕਚਰ ਮੈਥਡ ਦੇ ਵਿੱਚ ਕਮੀਆਂ ਬਹੁਤ ਸਾਰੀਆਂ ਨੇ, ਪਰ ਰਵਾਇਤੀ ਇਹ ਪੁਰਾਣੇ ਕਰਕੇ ਲਿਹਾਜ਼ ਕਰੀ ਜਾਂਦੇ ਆਪਾਂ ਇਹਦਾ। ਠੀਕ ਹੈ ਵੀ ਪੁਰਾਣਾ ਮੈਥਡ ਹੈ, ਚਲੋ ਕਾਹਨੂੰ ਕੁਛ ਕਹਿਣੇਗਾ, ਨਹੀਂ ਇਹਨੂੰ ਮਤਲਬ ਐਡਾ ਪੋਜ਼ੀਟਿਵ ਨਹੀਂ ਮੰਨਿਆ ਜਾਂਦਾ, ਕਿਉਂਕਿ ਬੱਚੇ ਟੀਚਰ ਸਾਹਮਣੇ ਖੜਿਆ ਭਾਸ਼ਣ ਦੇਈ ਜਾਊਗਾ, ਬੱਚੇ ਪਿੱਛੇ ਬੈਠੇ ਸ਼ਰਾਰਤਾਂ ਕਰੀ ਜਾਣਗੇ, ਤਾਂ ਇਸ ਕਰਕੇ ਇਹਨੂੰ ਬਹੁਤ ਤਾਂ ਪੋਜ਼ੀਟਿਵ ਨਹੀਂ ਮੰਨਿਆ ਜਾਂਦਾ। ਇਹਦੇ 'ਚ ਕਮੀਆਂ ਬਹੁਤ ਸਾਰੀਆਂ ਨੇ। ਕਮੀਆਂ ਐਵੇਂ ਆ ਵੀ ਟੀਚਰ ਖੁਦ ਤਾਂ ਐਕਟਿਵ ਹੈਗੇ ਆ ਪਰ ਬੱਚੇ ਨਹੀਂ ਐਕਟਿਵ, ਉਹ ਤਾਂ ਪੈਸਿਵਲੀ ਸੁਣ ਰਹੇ ਨੇ, ਪੈਸਿਵ ਨੇ, ਬੋਰ ਹੋ ਰਹੇ ਨੇ। ਠੀਕ ਹੈ, ਤਾਂ ਇਹ ਸਭ ਇਸ ਦੀਆਂ ਕਮੀਆਂ ਨੇ, ਪਰ ਇਹ ਰਵਾਇਤੀ ਹੈ ਤਾਂ ਇਹਦੀ ਲਿਹਾਜ਼ ਕਰੀ ਜਾਂਦੇ ਆ। ਅਤੇ ਇਹਨੂੰ ਚੌਕ ਐਂਡ ਟਾਕ ਮੈਥਡ ਵੀ ਕਿਹਾ ਜਾਂਦਾ। ਹੋ ਸਕਦਾ ਟੀਚਰ ਬੋਰਡ 'ਤੇ ਲਿਖ ਰਿਹਾ ਅਤੇ ਚੌਕ ਨਾਲ ਲਿਖ ਰਿਹਾ ਅਤੇ ਟਾਕ ਗੱਲਾਂ ਕਰ ਰਿਹਾ, ਤਾਂ ਇਸ ਤਰੀਕੇ ਨਾਲ ਉਹ ਪੜ੍ਹਾ ਰਿਹਾ। ਇਹਨੂੰ ਬਹੁਤਾ ਪੋਜ਼ੀਟਿਵ ਆਪਾਂ ਨਹੀਂ ਕਹਿ ਸਕਦੇ। ਠੀਕ ਹੈ, ਤਾਂ ਅੱਜ ਕੱਲ੍ਹ ਸਿੱਖਿਆ ਕੀ ਆਖਦੀ ਹੈ ਵੀ ਬੱਚੇ ਤਾਂ ਆਲੇ ਦੁਆਲੇ ਘੁੰਮੋ, ਬੱਚਾ ਕੀ ਹੋਵੇ ਸੈਂਟਰ 'ਚ ਹੋਵੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਾਂ ਨੇ ਸਮਝ ਲਿਆ। ਨੈਕਸਟ ਆਪਾਂ ਗੱਲ ਕਰਦੇ ਹਾਂ ਸਟੋਰੀ ਟੈਲਿੰਗ ਮੈਥਡ, ਯਾਨੀ ਕਿ ਕਹਾਣੀ ਵਿਧੀ। ਇਹ ਮਤਲਬ ਬਹੁਤ ਘੈਂਟ ਮੈਥਡ ਹੈ ਇੱਕ। ਠੀਕ ਹੈ, ਟੀਚਰ ਕਹਾਣੀ ਸੁਣਾ ਰਿਹਾ ਹੈ ਪਰ ਇਹ ਹੋ ਗਿਆ ਟੀਚਰ ਸੈਂਟਰਿਕ। ਠੀਕ ਹੈ, ਮਤਲਬ ਟੀਚਰ ਜਿਹੜਾ ਉਹ ਖੁਦ ਅਤੇ ਟੀਚਰ ਦੇ ਸਾਰੇ ਬਸ ਵੀ ਉਹ ਵਾਤਾਵਰਨ ਬਣੂਗਾ, ਪਰ ਕਹਾਣੀ ਦੇ ਵਿੱਚ ਬੱਚੇ ਨੂੰ ਰਸ ਆਊਗਾ, ਇਸ ਕਰਕੇ ਵਧੀਆ ਵੀ ਮੈਥਡ ਹੈ। ਠੀਕ ਹੈ, ਵੀ ਕਹਾਣੀ ਦੇ ਵਿੱਚ ਬੱਚੇ ਨੂੰ ਰਸ ਆਊਗਾ, ਉਹਨਾਂ ਨੂੰ ਘਟਨਾ ਜੁੜੂਗੀ, ਉਹ ਸੁਣਨਗੇ ਧਿਆਨ ਨਾਲ, ਸਮਝਣਗੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਵਧੀਆ ਵੀ ਹੈ। ਇਹਦੇ ਵਿੱਚ ਬੱਚੇ ਫੋਕਸ ਕਰਦੇ ਨੇ, ਕੌਨਸੈਂਟਰੇਸ਼ਨ ਹੁੰਦਾ, ਇਮੈਜੀਨੇਸ਼ਨ ਵੱਧਦੀ ਹੈ। ਬੱਚਿਆਂ ਨੂੰ ਕੋਈ ਕਹਾਣੀ ਟੀਚਰ ਸੁਣਾ ਰਿਹਾ ਹੈ ਤਾਂ ਉਹਦੇ ਵਿੱਚ ਕੋਈ ਅਜਿਹੀ ਘਟਨਾ ਟੀਚਰ ਨੇ ਗੱਲ ਕਰਤੀ, ਬੱਚੇ ਸੋਚਣਗੇ ਵੀ ਅੱਛਾ ਇੱਦਾਂ, ਕਲਪਨਾ ਕਰਨਗੇ, ਵੋਕੈਬਲਰੀ ਇਨਕਰੀਜ਼ ਹੋਊਗੀ ਅਤੇ ਇੱਕ ਵਧੀਆ ਸਪੀਕਰ ਬਣ ਸਕਣਗੇ ਬੱਚੇ। ਜਦੋਂ ਬੱਚੇ ਕਹਾਣੀ ਨੂੰ ਸੁਣਨਗੇ ਤਾਂ ਉਹ ਬੱਚੇ ਫਿਰ ਅੱਗੇ ਸੁਣਾ ਜਾਣਗੇ ਵੀ, ਹੈ ਨਾ, ਵੀ ਟੀਚਰ ਨੇ ਅੱਜ ਕਹਾਣੀ ਸੁਣਾਤੀ, ਉਹ ਕੱਲ੍ਹ ਨੂੰ ਜਾ ਕੇ ਲੱਗਦਾ ਆਪਣੇ ਦੋਸਤਾਂ ਨੂੰ ਸੁਣਾਉਣ, ਤਾਂ ਇਸ ਤਰ੍ਹਾਂ ਉਹਨਾਂ ਦੇ ਵਿੱਚ ਬੋਲਣ ਵਾਲੇ ਗੁਣ ਪੈਦਾ ਹੋਣਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਟੈਕਸਟ ਬੁੱਕ ਮੈਥਡ, ਯਾਨੀ ਕਿ ਪੁਸਤਕ ਵਿਧੀ। ਵਿਦਿਆਰਥੀ ਕੇਂਦਰ ਅਤੇ ਅਧਿਆਪਕ ਕੇਂਦਰ ਤੋਂ ਦੋਨੇ ਤਰ੍ਹਾਂ ਦੀ ਹੋ ਸਕਦੀ ਹੈ। ਦਿਲਚਸਪ ਹੈ, ਰਵਾਇਤੀ ਹੈ। ਜਿਵੇਂ ਟੈਕਸਟ ਬੁੱਕ ਮਤਲਬ ਬਹੁਤ ਪੁਰਾਣੀ ਹੈ, ਪਰ ਇਹ ਪੁਰਾਣੀ ਪੜ੍ਹਾਉਣ ਦਾ ਤਰੀਕਾ ਬਹੁਤ ਪੁਰਾਣਾ। ਠੀਕ ਹੈ, ਤਾਂ ਇਹ ਰਵਾਇਤੀ ਇੱਕ ਮੈਥਡ ਹੈ। ਠੀਕ ਹੈ, ਇਸ ਦੇ ਵਿੱਚ ਇਹ ਗੱਲ ਧਿਆਨ 'ਚ ਰੱਖੋ ਵੀ ਟੈਕਸਟ ਬੁੱਕ ਦੇ ਉੱਤੇ ਟੀਚਰ ਪੂਰੀ ਤਰ੍ਹਾਂ ਡਿਪੈਂਡ ਨਹੀਂ ਹੋ ਸਕਦਾ। ਟੀਚਰ ਆਪਦਾ ਵੀ ਕੁਛ ਸਿਖਾਊਗਾ, ਟੈਕਸਟ ਬੁੱਕ 'ਚ ਵੀ ਸਿਖਾਊਗਾ। ਟੈਕਸਟ ਬੁੱਕ ਨੂੰ ਸਿਰਫ ਇੱਕ ਸਾਧਨ ਦੇ ਰੂਪ ਵਿੱਚ ਵਰਤੋਂ ਕਰੂਗਾ ਟੀਚਰ। ਠੀਕ ਹੈ, ਪੜ੍ਹਨ ਕੌਸ਼ਲ ਵਿੱਚ ਸਹਾਇਕ ਹੈ। ਸਿਰਫ ਪੁਸਤਕਾਂ ਕਾਫੀ ਨਹੀਂ ਹੈਗੀਆਂ, ਪੁਸਤਕਾਂ ਤੋਂ ਬਿਨਾਂ ਹੋਰ ਵੀ ਬਹੁਤ ਕੁਛ ਚਾਹੀਦਾ ਹੈ, ਸਿਰਫ ਇਕੱਲੀਆਂ ਕਿਤਾਬਾਂ ਕੁਛ ਨਹੀਂ ਕਰ ਸਕਦੀਆਂ। ਠੀਕ ਹੈ ਜੀ, ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਡਿਸਕਵਰੀ ਮੈਥਡ। ਡਿਸਕਵਰੀ ਮੈਥਡ ਦੇ ਵਿੱਚ ਮਤਲਬ ਵੱਖ ਸਮੱਸਿਆਵਾਂ ਨੂੰ ਸਮਝ ਕੇ ਸਹੀ ਢੰਗ ਨਾਲ ਹੱਲ ਕੱਢਣਾ, ਇਹ ਡਿਸਕਵਰੀ ਕਰਨਾ ਹੋ ਕੇ ਕੁਛ। ਠੀਕ ਹੈ, ਰੋਲ ਪਲੇ ਜਾਂ ਡਰਾਮਾਟਾਈਜੇਸ਼ਨ ਮੈਥਡ। ਰੋਲ ਪਲੇ ਦੇ ਵਿੱਚ ਕੀ ਹੈ, ਮੰਨ ਕੇ ਚੱਲੋ ਤੁਸੀਂ ਬੱਚਿਆਂ ਨੂੰ ਕੀ ਕਰਨਾ, ਕੋਈ ਮਤਲਬ ਕਹਾਣੀ ਸਮਝਾਉਣੀ ਹੈ, ਕੋਈ ਕਾਂਕੀ ਸਮਝਾਉਣੀ ਹੈ, ਤਾਂ ਬੱਚੇ ਨੂੰ ਰੋਲ ਦੇ ਦਿਓ। ਠੀਕ ਹੈ, ਤਾਂ ਇਸ ਦੇ ਵਿੱਚ ਰੋਲ ਦੇ ਦਿੱਤੇ ਜਾਂਦੇ ਨੇ। ਇਹ ਕੀ ਹੈ, ਚਾਈਲਡ ਸੈਂਟਰਡ ਹੈ, ਯਾਨੀ ਕਿ ਵਿਦਿਆਰਥੀ ਕੇਂਦਰਿਤ ਹੈ। ਬੱਚੇ ਜਿਹੜਾ ਉਹ ਕੇਂਦਰ ਦੇ ਵਿੱਚ ਹੈ, ਬੱਚੇ ਖੁਦ ਰੋਲ ਨਿਭਾ ਰਹੇ ਨੇ ਤਾਂ ਉਹ ਕੁਝ ਸਿੱਖ ਰਹੇ ਨੇ, ਬੱਚੇ ਐਕਟਿਵ ਨੇ ਜਿਹਦੇ ਵਿੱਚ ਉਹ ਚਾਈਲਡ ਸੈਂਟਰਡ ਹੈ। ਠੀਕ ਹੈ, ਤਾਂ ਇਹਦੇ ਵਿੱਚ ਬੱਚੇ ਐਕਟਿਵ ਹੋਣ ਕਰਕੇ ਇਹ ਇੱਕ ਵਧੀਆ ਮੈਥਡ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਬ੍ਰੇਨ ਸਟੋਰਮਿੰਗ ਦੀ, ਯਾਨੀ ਕਿ ਤੂਫਾਨੀ ਵਿਧੀ। ਤਾਂ ਇਹ ਦਿੱਤਾ ਕਿਸੇ ਔਸਵਰਨ ਦੁਆਰਾ ਸਿਰਜਨਾਤਮਕ ਵਿਧੀ ਹੈ। ਮਤਲਬ ਕਿ ਬੱਚਿਆਂ ਨੂੰ ਕੋਈ ਸਮੱਸਿਆ ਦੇ ਦਿੱਤੀ, ਕਹਿਤਾ ਵੀ ਇਹਦੇ 'ਤੇ ਵੱਧ ਤੋਂ ਵੱਧ ਆਪਦੇ ਹੱਲ ਦੱਸੋ ਕੀ ਹੋ ਸਕਦੇ ਨੇ। ਠੀਕ ਹੈ, ਜਾਂ ਫਿਰ ਤੁਹਾਡੇ ਮਨ 'ਚ ਇੱਕਦਮ ਕੋਈ ਆਈਡੀਆ ਆ ਗਿਆ, ਉਹ ਕੀ ਬ੍ਰੇਨ ਸਟੋਰਮਿੰਗ ਹੈ। ਇੱਕਦਮ ਤੁਹਾਡੇ ਮਨ 'ਚ ਕੋਈ ਆਈਡੀਆ ਆਇਆ, ਤੁਸੀਂ ਉਹ ਆਈਡੀਆ ਅਪਲਾਈ ਕਰ ਰਹੇ ਹੋ, ਇਹ ਬ੍ਰੇਨ ਸਟੋਰਮਿੰਗ ਹੈ। ਮੰਨ ਕੇ ਚੱਲੋ ਕੀ ਹੁੰਦਾ ਕਿ ਤੁਸੀਂ ਮੈਥ ਦਾ ਕੋਈ ਸਵਾਲ ਸੋਲਵ ਕਰ ਰਹੇ ਹੋ, ਉਹਨੂੰ ਤੁਸੀਂ ਸੋਲਵ ਕਰੀ ਜਾਂਦੇ ਹੋ ਤਾਂ ਉਹ ਹੁੰਦਾ ਨਹੀਂ, ਅਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਰੱਖ ਕੇ ਵਗ ਗਏ, ਬਾਹਰ ਗੇੜਾ ਦੇਣ ਵਗ ਗਏ, ਅਤੇ ਇੱਕਦਮ ਤੁਹਾਡੇ ਮਨ 'ਚ ਆਈਡੀਆ ਆ ਰਹੇ ਅਤੇ ਉਹ ਫਾਰਮੂਲਾ ਲਗਾਇਆ ਜਾ ਸਕਦਾ, ਤੁਸੀਂ ਆ ਕੇ ਲਗਾਇਆ ਤਾਂ ਉਹ ਸਵਾਲ ਸੋਲਵ ਹੋ ਗਿਆ। ਤਾਂ ਇੱਕਦਮ ਮਤਲਬ ਅਚਨਚੇਤ ਕੋਈ ਸੋਲੂਸ਼ਨ ਆਉਣਾ, ਇਹ ਕੀ ਹੈ, ਬ੍ਰੇਨ ਸਟੋਰਮਿੰਗ ਹੈ। ਟੀਚਰ ਬ੍ਰੇਨ ਸਟੋਰਮਿੰਗ ਕਿਵੇਂ ਕਰ ਸਕਦਾ, ਬੱਚਿਆਂ ਨੂੰ ਵੱਧ ਤੋਂ ਵੱਧ ਚੁਣੌਤੀਆਂ ਦੇ ਕੇ, ਇੰਟਰਸਟਿੰਗ ਮਤਲਬ ਕੁਇਜ਼ ਦੇ ਕੇ, ਕੋਈ ਕੁਐਸਚਨ ਪੁੱਛ ਕੇ, ਤਾਂ ਇਸ ਤਰੀਕੇ ਨਾਲ ਟੀਚਰ ਜਿਹੜਾ ਉਹ ਬ੍ਰੇਨ ਸਟੋਰਮਿੰਗ ਕਰ ਸਕਦਾ। ਨੈਕਸਟ ਗੱਲ ਕਰਦੇ ਹਾਂ ਆਪਾਂ ਪਲੇਵੇ ਮੈਥਡ। ਪਲੇਵੇ ਮੈਥਡ ਜਿਹੜਾ ਇਹ ਮਤਲਬ ਕਿੰਡਰਗਾਰਟਨ ਨਾਲ ਇਸ ਨੂੰ ਮੈਚ ਕਰ ਲਿਆ ਜਾਂਦਾ ਹੈ। ਤਾਂ ਇਹ ਦਿੱਤਾ ਗਿਆ ਸੀ ਫਰੋਬਲ ਦੁਆਰਾ। ਠੀਕ ਹੈ, ਫਰੈਡਰਿਕ ਫਰੋਬਲ ਨੇ ਪਲੇਵੇ ਮੈਥਡ ਅਤੇ ਕਿੰਡਰਗਾਰਟਨ ਮੈਥਡ, ਇਹਨੇ ਕਿੰਡਰਗਾਰਟਨ ਸਕੂਲ ਯਾਨੀ ਕਿ KG ਕਲਾਸ ਨਹੀਂ ਕਹਿੰਦੇ ਆਪਾਂ, ਵੀ ਉਹ ਸਕੂਲ ਸਟਾਰਟ ਕੀਤੇ ਸੀ। ਠੀਕ ਹੈ ਜੀ, ਤਾਂ ਇਸ ਚੀਜ਼ ਨੂੰ ਤੁਸੀਂ
ਧਿਆਨ ਦੇ ਵਿੱਚ ਰੱਖੋਗੇ। ਤੇ ਇਸ ਦੇ ਵਿੱਚ ਹੈਨਰੀ ਕੁੱਕ ਦਾ ਨਾਮ ਵੀ ਆ ਜਾਂਦਾ ਹੈ। ਇਹ ਕਿਹਾ ਜਾਂਦਾ ਵੀ ਉਹਨੇ ਨਾਮ ਦਿੱਤਾ ਸੀ। ਕਿੰਡਰਗਾਰਟਨ ਦਾ ਅਰਥ ਕੀ ਹੈ? ਮਤਲਬ ਕਿ ਮਾਲੀ ਵਾਂਗ ਅਧਿਆਪਕ ਜਮਾਤ ਦੀ ਦੇਖਭਾਲ ਕਰੇਗਾ। ਜਿਵੇਂ ਇੱਕ ਮਾਲੀ ਬਾਗ ਦੀ ਬਗੀਚੇ ਦੀ ਦੇਖਭਾਲ ਕਰਦਾ, ਇਸੇ ਤਰ੍ਹਾਂ ਅਧਿਆਪਕ ਬੱਚਿਆਂ ਦੀ ਦੇਖਭਾਲ ਕਰੇਗਾ। ਠੀਕ ਹੈ, ਕਿੰਡਰਗਾਰਟਨ KG ਕਲਾਸ ਦਾ ਜਿਵੇਂ ਕਨਸੈਪਟ ਹੈ ਤਾਂ ਉਹ ਫਰੋਵਲ ਦੁਆਰਾ ਦਿੱਤਾ ਗਿਆ ਸੀ। ਹੈਨਰੀ ਕੁੱਕ ਦਾ ਨਾਮ ਹੋਵੇ ਤਾਂ ਇਸ ਤਰ੍ਹਾਂ ਇਹਦੇ ਵਿੱਚ ਥੋੜ੍ਹੀ ਜਿਹੀ ਮੋਡੀਫਿਕੇਸ਼ਨ ਕੀਤੀਆਂ ਸੀ, ਜਿਹਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਮੋਂਟੇਸਰੀ ਮੈਥਡ। ਠੀਕ ਹੈ, ਮਾਰੀਓ ਮੋਂਟੇਸਰੀ ਦੁਆਰਾ ਇਹ ਦਿੱਤਾ ਗਿਆ ਸੀ। ਅਤੇ ਕੁਦਰਤੀ ਤੌਰ 'ਤੇ ਕਰਕੇ ਖੇਡ ਕੇ ਸਿੱਖਣਾ, ਕਹਿਣ ਦਾ ਭਾਵ ਇਹ ਹੈ ਕਿ ਬੱਚਿਆਂ ਨੂੰ ਉਸ ਤਰ੍ਹਾਂ ਦਾ ਵਾਤਾਵਰਨ ਦਿਓ, ਇਨਵਾਇਰਮੈਂਟ ਦਿਓ, ਉਹ ਜਦੋਂ ਖੁਦ ਕਰਕੇ ਦੇਖਣਗੇ ਤਾਂ ਫਿਰ ਸਿੱਖਣਗੇ, ਕਰਕੇ ਖੇਡ ਕੇ ਸਿੱਖਣਗੇ। ਠੀਕ ਹੈ, ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਇੰਡਕਟਿਵ ਮੈਥਡ। ਤਾਂ ਇੰਡਕਟਿਵ ਦੇ ਵਿੱਚ ਇੰਡਕਟਿਵ ਯਾਨੀ ਕਿ ਆਗਮਨ ਵਿਧੀ, ਇਸ ਦੇ ਵਿੱਚ ਦੋ ਨਾਮ ਆ ਜਾਂਦੇ ਨੇ। ਬਹੁਤਿਆਂ ਦਾ ਮੰਨਣਾ ਵੀ ਇਹ ਅਰਿਸਟੋਟਲ ਯਾਨੀ ਕਿ ਅਰਸਤੂ ਨੇ ਸ਼ੁਰੂ ਕੀਤਾ ਸੀ, ਬਹੁਤਿਆਂ ਦਾ ਮੰਨਣਾ ਵੀ ਇਹ ਬੈਕਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਤੁਹਾਨੂੰ ਜੋ ਆਪਸ਼ਨ 'ਚ ਮਿਲੇ ਤੁਸੀਂ ਉਸ ਅਕੋਰਡਿੰਗ ਆਪਸ਼ਨ ਦੇ ਨਾਲ ਜਾ ਸਕਦੇ ਹੋ। ਇਹਦੇ ਵਿੱਚ ਕੀ ਹੁੰਦਾ ਕਿ ਨੋਨ ਟੂ ਅਨਨੋਨ ਜਾਂਦੇ ਹਾਂ ਅਸੀਂ, ਐਗਜ਼ਾਮਪਲ ਟੂ ਰੂਲ ਜਾਂਦੇ ਹਾਂ, ਸਪੈਸੀਫਿਕ ਟੂ ਜਨਰਲ ਜਾਂਦੇ ਹਾਂ। ਮਤਲਬ ਕਿ ਜੋ ਚੀਜ਼ ਬੱਚੇ ਜਾਣਦੇ ਨੇ ਪਹਿਲਾਂ ਆਪਾਂ ਉਹਨਾਂ ਨੂੰ ਕਹਾਂਗੇ ਤੁਸੀਂ ਇਹ ਚੀਜ਼ ਜਾਣਦੇ ਹੋ, ਕਹਿਣਗੇ ਹਾਂ, ਫਿਰ ਉਸ ਤੋਂ ਅੱਗੇ ਜਾਵਾਂਗੇ। ਠੀਕ ਹੈ, ਉਹਨਾਂ ਨੂੰ ਪਹਿਲਾਂ ਐਗਜ਼ਾਮਪਲ ਦੇਵਾਂਗੇ। ਪਹਿਲਾਂ ਆਪਾਂ ਉਹਨਾਂ ਨੂੰ ਦੱਸਾਂਗੇ ਕਿ ਬੱਚਿਓ ਤੁਹਾਡੇ ਕਮਰੇ 'ਚ ਤੁਹਾਨੂੰ ਕੀ ਦਿਸ ਰਿਹਾ? ਉਹ ਕਹਿਣਗੇ ਜੀ ਕੁਰਸੀ, ਮੇਜ਼। ਹੋਰ ਕੀ ਦਿਸ ਰਿਹਾ? ਉਹ ਕਹਿਣਗੇ ਸਾਡੇ ਦੋਸਤ ਦਿਸ ਰਹੇ ਨੇ। ਤੁਸੀਂ ਕੀ ਕਹੋਗੇ ਵੀ ਵਿਅਕਤੀ ਦਾ ਨਾਂ, ਇਹ ਜੋ ਵਸਤੂ ਹੈ ਇਹਦਾ ਨਾਂ ਕੀ ਹੈ? ਕੁਰਸੀ। ਇਹ ਵਸਤੂ ਦਾ ਨਾਂ ਕੀ ਹੈ? ਮੇਜ਼। ਤਾਂ ਉਹ ਕਹਿਣਗੇ ਵੀ ਇਹ ਵਿਅਕਤੀ ਦਾ ਨਾਂ ਕੀ ਹੈ? ਉਹ ਕਹਿਣਗੇ ਵੀ ਆਪਦੇ ਦੋਸਤ ਦਾ ਨਾਂ ਲੈ ਕੇ ਦੱਸਣਗੇ। ਤਾਂ ਇਸ ਤਰ੍ਹਾਂ ਤੁਸੀਂ ਕੀ ਕਹੋਗੇ ਵੀ ਮਤਲਬ ਵਿਅਕਤੀਆਂ ਦੇ ਨਾਂ ਨੂੰ, ਥਾਵਾਂ ਦੇ ਨਾਂ ਨੂੰ ਅਤੇ ਵਸਤੂ ਦੇ ਨਾਂ ਨੂੰ ਕੀ ਕਹਿੰਦੇ ਨੇ? ਨਾਮ ਕਿਹਾ ਜਾਂਦਾ। ਨਾਮ ਦੀ ਥਾਂ 'ਤੇ ਜੋ ਸ਼ਬਦ ਵਰਤਿਆ ਜਾਂਦਾ ਉਹਨੂੰ ਪੜਨਾਮ ਕਿਹਾ ਜਾਂਦਾ। ਤਾਂ ਤੁਸੀਂ ਪਹਿਲਾਂ ਐਗਜ਼ਾਮਪਲਾਂ ਲਈਆਂ, ਫਿਰ ਤੁਸੀਂ ਰੂਲ ਵੱਲ ਗਏ। ਤਾਂ ਇਹ ਕੀ ਹੈ? ਇੰਡਕਟਿਵ ਮੈਥਡ ਹੈ। ਡਿਡਕਟਿਵ ਮੈਥਡ ਜਿਹੜਾ ਇਹਦਾ ਉਲਟ ਹੋ ਜਾਂਦਾ, ਇਹ ਅਰਸਤੂ ਦੁਆਰਾ ਦਿੱਤਾ ਗਿਆ ਸੀ। ਇੰਡਕਟਿਵ ਦਾ ਉਲਟ ਹੋ ਜਾਂਦਾ, ਮਤਲਬ ਕਿ ਇਹਦੇ 'ਚ ਤੁਸੀਂ ਕੀ ਜਾਂਦੇ ਹੋ? ਇੰਡਕਟਿਵ 'ਚ ਤੁਸੀਂ ਕੀ ਗਏ ਸੀ? ਐਗਜ਼ਾਮਪਲ ਟੂ ਰੂਲ ਗਏ ਸੀ। ਤਾਂ ਡਿਡਕਟਿਵ 'ਚ ਕੀ ਹੋਊਗਾ? ਤੁਸੀਂ ਪਹਿਲਾਂ ਰੂਲ ਸਮਝਾਓਗੇ, ਇਹਨਾਂ ਨੂੰ ਨਿਯਮ ਸਮਝਾਓਗੇ, ਕਨਕਲੂਜਨ, ਫਿਰ ਤੁਸੀਂ ਐਗਜ਼ਾਮਪਲ ਵੱਲ ਆਓਗੇ। ਠੀਕ ਹੈ, ਇਹ ਕੀ ਹੈ? ਅਮੂਰਤ ਤੋਂ ਮੂਰਤ ਵੱਲ ਹੈ, ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਐਨਾਲਿਸਿਸ ਮੈਥਡ ਯਾਨੀ ਕਿ ਵਿਸ਼ਲੇਸ਼ਣ ਵਿਧੀ। ਇਹਦੇ 'ਚ ਕੀ ਹੁੰਦਾ ਕਿ ਨਤੀਜੇ ਤੋਂ ਹਿੱਸੇ ਵੱਲ ਜਾਇਆ ਜਾਂਦਾ ਹੈ, ਯਾਨੀ ਕਿ ਕਨਕਲੂਜਨ ਟੂ ਪਾਰਟਸ ਜਾਇਆ ਜਾਂਦਾ ਹੈ, ਨੋਨ ਟੂ ਅਨਨੋਨ ਜਾਇਆ ਜਾਂਦਾ ਹੈ। ਤਾਂ ਇਹਦੇ 'ਚ ਨਤੀਜੇ ਤੋਂ ਹਿੱਸੇ ਵੱਲ ਜਾਣਾ, ਮਤਲਬ ਕਿ ਇੱਦਾਂ ਸਮਝੋ ਵੀ ਤੁਹਾਡੇ ਸਾਹਮਣੇ ਕੋਈ ਨਤੀਜਾ ਸੀ, ਤੁਸੀਂ ਇਹਨੂੰ ਟੁਕੜਿਆਂ 'ਚ ਤੋੜ ਲਿਆ। ਠੀਕ ਹੈ, ਇਹਨੂੰ ਹੋਰ ਬਰੀਕ ਟੁਕੜਿਆਂ 'ਚ ਤੋੜ ਲਿਆ। ਇੱਦਾਂ ਤੁਸੀਂ ਟੁਕੜੇ ਕਰ ਲਏ, ਇਹ ਇੱਦਾਂ ਜਾ ਰਹੇ ਹੋ ਤੁਸੀਂ, ਮਤਲਬ ਵੱਡੀ ਚੀਜ਼ ਸੀ ਉਹਨੂੰ ਛੋਟੇ ਹਿੱਸਿਆਂ 'ਚ ਤੋੜ ਲਿਆ। ਠੀਕ ਹੈ, ਤਾਂ ਨਤੀਜੇ ਤੋਂ ਹਿੱਸੇ ਵੱਲ ਯਾਨੀ ਕਿ ਕਨਕਲੂਜਨ ਸੀ, ਤੁਹਾਡੇ ਕੋਲ ਇੱਕ ਸਿੱਟਾ ਸੀ, ਉਹ ਸਿੱਟੇ ਨੂੰ ਤੁਸੀਂ ਅਲੱਗ-ਅਲੱਗ ਪਾਰਟਾਂ ਦੇ ਵਿੱਚ ਕੀ ਕਰ ਰਹੇ ਹੋ? ਤੋੜ ਰਹੇ ਹੋ। ਤਾਂ ਇਹ ਕੀ ਹੈ? ਐਨਾਲਿਸਿਸ ਮੈਥਡ ਹੈ। ਅਤੇ ਜਿਹੜਾ ਸਿੰਥੈਸਿਸ ਮੈਥਡ ਯਾਨੀ ਕਿ ਸੰਸਲੇਸ਼ਨ ਵਿਧੀ ਹੁੰਦੀ ਹੈ, ਇਹ ਇਸ ਦਾ ਉਲਟ ਹੈ। ਉਲਟ ਕਿਵੇਂ ਹੈ? ਦੇਖੋ, ਇਹ ਇੱਦਾਂ ਵੀ ਤੁਹਾਡੇ ਕੋਲ ਨਿੱਕੇ ਨਿੱਕੇ ਟੁਕੜੇ ਸੀ ਕੋਈ ਇਨਫੋਰਮੇਸ਼ਨ ਦੇ, ਤੁਸੀਂ ਇਹਨਾਂ ਨੂੰ ਕੰਬਾਈਨ ਕਰਦੇ ਜਾ ਰਹੇ ਹੋ। ਠੀਕ ਹੈ, ਇੱਦਾਂ। ਇਹਦਾ ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਦਿਖਾਉਂਦਾ। ਇਹਦਾ ਤਾਂ ਪਹਿਲਾਂ ਉੱਪਰਲੇ ਸਮਝਦੇ ਹਾਂ। ਤੁਹਾਡੇ ਕੋਲ ਇੱਦਾਂ ਸੀ, ਮਤਲਬ ਇੱਕ ਸਮੱਸਿਆ ਸੀ, ਉਹਦੇ ਤੁਸੀਂ 2 ਪੀਸ ਬਣਾ ਲਏ। ਉਸ ਤੋਂ ਬਾਅਦ ਤੁਸੀਂ ਉਹਦੇ ਹੁਣ 3 ਪੀਸ ਬਣਾ ਲਏ, ਫਿਰ ਅੱਗੇ 4 ਪੀਸ ਬਣਾ ਰਹੇ ਹੋ। ਇਸ ਤਰ੍ਹਾਂ ਤੁਸੀਂ ਉਹ ਸਮੱਸਿਆ ਨੂੰ ਤੋੜ ਰਹੇ ਹੋ। ਇਹਦੇ ਵਿੱਚ ਕੀ ਤੁਹਾਡੇ ਕੋਲ 4 ਪੀਸ ਸੀ ਪਹਿਲਾਂ। ਠੀਕ ਹੈ, ਤੁਸੀਂ ਇਹਨਾਂ ਦੇ ਅੱਗੇ 2 ਪੀਸ ਕਰ ਲਏ, ਫਿਰ ਤੁਸੀਂ ਉਹਨੂੰ 1 ਬਣਾਤਾ, ਮਤਲਬ ਤੁਸੀਂ ਇਹਨੂੰ ਸੁਲਝਾ ਰਹੇ ਹੋ ਇਸ ਤਰੀਕੇ ਨਾਲ। ਇਹ ਸੰਸਲੇਸ਼ਨ ਹੈ, ਇਹ ਉੱਪਰ ਲੱਗੀ ਸੀ ਵਿਸ਼ਲੇਸ਼ਣ ਸੀ। ਇਹਦੇ 'ਚ ਆਪਾਂ ਕੀ ਕਰਦੇ ਹਾਂ? ਹਿੱਸਿਆਂ ਨੂੰ ਜੋੜ ਕੇ ਕੋਈ ਜਿਹੜੀ ਇਨਫੋਰਮੇਸ਼ਨ ਹੈ ਆਪਣੇ ਕੋਲ ਅਲੱਗ-ਅਲੱਗ ਟੁਕੜਿਆਂ ਦੇ ਵਿੱਚ, ਉਸ ਇਨਫੋਰਮੇਸ਼ਨ ਨੂੰ ਆਪਾਂ ਕੀ ਕਰਦੇ ਹਾਂ ਜੀ? ਕੰਬਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਿੱਸੇ ਜੋੜ ਕੇ ਨਤੀਜਾ ਕੱਢਣਾ, ਯਾਨੀ ਕਿ ਜਿਹੜੀ ਮਤਲਬ ਡਾਟਾ ਹੈ ਉਸ ਨੂੰ ਕੰਬਾਈਨ ਕਰਨਾ। ਠੀਕ ਹੈ, ਪਰਿਕਲਪਨਾ ਤੋਂ ਨਤੀਜੇ ਵਾਲੇ ਸਟੇਜ 'ਚ ਜਾਇਆ ਜਾਂਦਾ ਹੈ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਬਰੇਲ ਸਕ੍ਰਿਪਟ, ਯਾਨੀ ਕਿ ਇੱਕ ਬਰੇਲ ਲਿਪੀ। ਠੀਕ ਹੈ, ਲੂਇਸ ਬਰੇਲ ਦੁਆਰਾ ਇਹ ਦਿੱਤਾ ਗਿਆ ਸੀ ਮੈਥਡ ਜਾਂ ਕਹਿ ਲਓ ਕਨਸੈਪਟ। ਵੱਖ-ਵੱਖ ਸਟੈਪ ਰਾਹੀਂ ਛੂਹ ਕੇ ਸਿੱਖਣਾ। ਤਾਂ ਇਸ ਦੇ ਵਿੱਚ ਕੀ ਹੁੰਦਾ ਬਰੇਲ ਦੇ ਵਿੱਚ? ਫੋਰ ਐਗਜ਼ਾਮਪਲ ਇੱਕ ਮਤਲਬ ਐਵੇਂ ਪੂਰਾ ਉਹ ਬਣਿਆ ਹੁੰਦਾ, ਇੱਕ ਮਤਲਬ ਸਲੇਟ ਟਾਈਪ, ਜਿਵੇਂ ਸਲੇਟ ਹੁੰਦੀ ਹੈ ਹੈ ਨਾ, ਕੋਈ ਇੱਕ ਪੂਰਾ ਸ਼ੇਪ ਹੈ, ਇਸ ਦੇ ਵਿੱਚ ਅੱਖਰ ਕੱਢੇ ਹੁੰਦੇ ਨੇ, ਇੱਦਾਂ ਵਿੱਚੋਂ ਕੱਟੇ ਹੁੰਦੇ ਨੇ ਅੱਖਰ ਇੱਦਾਂ। ਠੀਕ ਹੈ, ਜੋ ਚੀਜ਼ ਤੁਹਾਨੂੰ ਇਹ ਮੈਂ ਹਾਈਲਾਈਟ ਕਰ ਰਹੀ ਹਾਂ, ਇਹ ਖਾਲੀ ਹੈ ਵਿੱਚੋਂ। ਇਹ ਮੰਨ ਲਓ ਵੀ ਇਹ ਖਾਲੀ ਹੈ, ਜੋ ਮੈਂ ਯੈਲੋ ਕਲਰ ਨਾਲ ਹਾਈਲਾਈਟ ਕੀਤੀ ਹੈ, ਇਹ ਸਪੇਸ ਖਾਲੀ ਹੈ। ਵੈਸੇ ਕੋਈ ਲੱਕੜ ਦਾ ਕਹਿ ਲਓ, ਗੱਤੇ ਦਾ ਕਹਿ ਲਓ, ਕੀ ਸੀ ਮਤਲਬ ਇਹ ਕੋਈ ਟੁਕੜਾ ਸੀ, ਪੀਸ ਸੀ। ਇਸ ਦੇ ਵਿੱਚ ਜੋ ਇਹ ਮੈਂ ਯੈਲੋ ਕੀਤਾ ਇਹ ਕਿ ਖਾਲੀ ਹੈ। ਤਾਂ ਹੁਣ ਬੱਚੇ ਕੀ ਕਰਨਗੇ? ਇੱਥੇ ਇੱਦਾਂ ਇਹਨੂੰ ਟੱਚ ਕਰਕੇ ਦੇਖਣਗੇ ਵਿੱਚੋਂ। ਹੋ ਸਕਦੇ ਬਹੁਤੇ ਦੇਖ ਨਹੀਂ ਪਾ ਰਹੇ, ਹੈ ਨਾ,
ਤਾਂ ਉਹ ਇਹਨੂੰ ਐ ਟੱਚ ਕਰਕੇ ਦੇਖਣਾ ਹੈ, ਵਿੱਚੋਂ ਹੱਥ ਫੇਰ ਕੇ ਉਂਗਲ ਫੇਰ ਕੇ ਐਂ ਦੇਖਣਗੇ ਵਿੱਚ, ਤਾਂ ਉਹ ਸਮਝ ਜਾਣਗੇ ਵੀ ਐਵੇਂ ਜਾ ਕੇ ਐਂ ਜਾਣੇ ਇਹ ਕੀ ਅੱਛਾ ਏ ਹੈ, ਤਾਂ ਉਹ ਇਹਨੂੰ ਸਮਝ ਸਕਣਗੇ। ਇਸ ਤਰ੍ਹਾਂ ਸਾਰੇ ਅੱਖਰ ਹੋ ਸਕਦੇ ਨੇ। ਤਾਂ ਉਹ ਜਦੋਂ ਟੱਚ ਕਰਕੇ ਸਿੱਖ ਰਹੇ ਨੇ, ਇਹ ਬ੍ਰੇਲ ਲਿਪੀ ਹੈ, ਠੀਕ ਹੈ, ਛੂਹ ਕੇ ਟੱਚ ਕਰਕੇ ਆਪਦੀਆਂ ਸੈਂਸਸ ਦੇ ਥਰੂ ਸਿੱਖ ਰਹੇ ਨੇ, ਇਹ ਬ੍ਰੇਲ ਲਿਪੀ ਦਾ ਇੱਕ ਹਿੱਸਾ ਹੈ। ਨੈਕਸਟ ਗੱਲ ਕਰਦੇ ਆਪਾਂ ਬੇਸਿਕ ਐਜੂਕੇਸ਼ਨ ਯਾਨੀ ਕਿ ਵਾਰਦਾ ਐਜੂਕੇਸ਼ਨ ਦੀ, ਮਹਾਤਮਾ ਗਾਂਧੀ ਦੁਆਰਾ ਇਹ ਦਿੱਤੀ ਗਈ ਸੀ, ਸਿੰਪਲ ਜੀ ਗੱਲ ਹੈ। ਤਾਂ ਇਸ ਦੇ ਨਾਲ ਰਿਲੇਟਡ ਆਪਾਂ ਹੁਣ ਕੁਝ ਕੁਐਸਚਨ ਕਰਦੇ ਹਾਂ ਜੋ ਪ੍ਰੀਵੀਅਸ ਈਅਰਸ ਦੇ ਵਿੱਚ ਪੁੱਛੇ ਜਾ ਚੁੱਕੇ ਨੇ। ਜਿਹੜਾ ਵਿਗਿਆਨਿਕ ਢੰਗ ਯਾਨੀ ਕਿ ਵਿਗਿਆਨਿਕ ਵਿਧੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ, ਪੀਐਸਟੈਟ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ। ਤਾਂ ਦੇਖੋ ਵਿਗਿਆਨਿਕ ਢੰਗ ਆਪਾਂ ਕਦੋਂ ਬਣਦੇ ਕਿਸੇ ਸਮੱਸਿਆ ਨੂੰ ਹੱਲ ਕਰਨ ਦੇ ਲਈ, ਤਾਂ ਇਹ ਸਮੱਸਿਆ ਹੱਲ ਵਿਧੀ, ਇਸ ਨੂੰ ਇਸ ਨਾਮ ਨਾਲ ਵੀ ਆਪਾਂ ਜਾਣ ਸਕਦੇ ਹਾਂ। ਨੈਕਸਟ ਗੱਲ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਖੁਦ ਕਰਕੇ ਸਿੱਖਣ ਦੇ ਸਿਧਾਂਤ 'ਤੇ ਆਧਾਰਿਤ ਹੈ, ਮਤਲਬ ਕਿ ਖੁਦ ਕਰਕੇ ਸਿੱਖਣਾ, ਠੀਕ ਹੈ, ਲਰਨਿੰਗ ਬਾਈ ਡੂਇੰਗ, ਵੀ ਖੁਦ ਕਰਕੇ ਸਿੱਖਣਾ ਹੈਗਾ। ਤਾਂ ਪ੍ਰੋਜੈਕਟ ਮੈਥਡ ਹੋਏਗਾ। ਦੇਖੋ ਲੈਕਚਰ ਤਾਂ ਹੋ ਹੀ ਨਹੀਂ ਸਕਦਾ, ਲੈਕਚਰ ਵਾਲੀ ਆਪਸ਼ਨ ਤਾਂ ਹੋ ਹੀ ਨਹੀਂ ਸਕਦੀ। ਤੁਹਾਨੂੰ ਕੀ ਦੱਸਿਆ, ਲੈਕਚਰ ਤਾਂ ਇੱਕ ਟੀਚਰ ਸੈਂਟਰਡ ਟੀਚਰ ਜਿਹੜਾ ਉਹ ਬਸ ਸਾਹਮਣੇ ਖੜਿਆ ਲੈਕਚਰ ਦੇ ਰਹੇ ਹੈ ਨਾ, ਇਹ ਤਾਂ ਹੋ ਨਹੀਂ ਸਕਦਾ। ਨੈਕਸਟ ਇਹਨੂੰ ਇੱਦਾਂ ਸਮਝੋ, ਪਹਿਲੀ ਆਪਸ਼ਨ ਕੱਟ ਗਈ ਅਤੇ ਇਸ ਤੋਂ ਬਾਅਦ ਉਪਰੋਕਤ ਸਾਰੇ ਵਾਲੀ ਵੀ ਨਹੀਂ ਆ ਸਕਦੀ, ਲੈਕਚਰ ਇਹਦੇ ਵਿੱਚ ਵੀ ਆ ਗਏ ਵੀ ਨਹੀਂ ਆ ਸਕਦੀ। ਤਾਂ ਇੱਕ ਆਪਸ਼ਨ ਬਚਦੇ ਆਪਣੇ ਕੋਲ ਪ੍ਰੋਜੈਕਟ ਵਿਧੀ, ਠੀਕ ਹੈ, ਪ੍ਰੋਜੈਕਟ ਵਿਧੀ ਵਿੱਚ ਕੀ ਹੈ ਕਰਕੇ ਸਿੱਖਦਾ ਹੈ। ਇਸ ਤੋਂ ਬਾਅਦ ਨੈਕਸਟ ਕੀ ਹੈ, ਦੇਖੋ ਅਧਿਆਪਨ ਦੀ ਪ੍ਰੋਜੈਕਟ ਵਿਧੀ ਦਾ ਵਿਕਾਸ ਕਿਸ ਨੇ ਕੀਤਾ। ਲਓ ਸਿੰਪਲ ਕੁਐਸਚਨ ਹੈ, ਪ੍ਰੋਜੈਕਟ ਵਿਧੀ ਕਿਸ ਨੇ ਦਿੱਤੀ ਸੀ, ਇਸ ਦਾ ਵਿਕਾਸ ਕਿਸ ਨੇ ਕੀਤਾ ਸੀ, ਕਿਲਪੈਟਰਿਕ ਨੇ। ਹਿਊਰਿਸਟਿਕ ਸ਼ਬਦ ਦਾ ਅਰਥ, ਹਿਊਰਿਸਟਿਕ ਦਾ ਅਰਥ ਖੋਜਣਾ। ਤੁਹਾਨੂੰ ਹਿਊਰਿਸਟਿਕ ਮੈਥਡ ਦੇ ਵਿੱਚ ਆਪਾਂ ਨੇ ਕੀ ਦੱਸਿਆ ਸੀ ਵੀ ਖੋਜਣਾ, ਕੁਝ ਖੋਜ ਕਰਨੀ ਹੈ ਨਾ, ਤਾਂ ਆਰਮਸਟਰੌਂਗ ਦੁਆਰਾ ਹੀ ਦਿੱਤਾ ਗਿਆ ਸੀ। ਨੈਕਸਟ ਗੱਲ ਆਪਾਂ ਕਰਦੇ ਹਾਂ ਦਾ ਮੀਨਿੰਗ ਆਫ ਪਰਸਨਲਾਈਜ਼ਡ ਟੀਚਿੰਗ, ਮਤਲਬ ਕਿ ਨਿੱਜੀ ਤੌਰ 'ਤੇ ਟੀਚ ਕਰਨਾ ਕੀ ਹੈ, ਇਹ ਹੈ ਟੂ ਟੀਚ ਚਿਲਡਰਨ ਐਜ਼ ਪਰ ਦੇਅਰ ਐਬਿਲਿਟੀਜ਼, ਉਹਨਾਂ ਨੂੰ ਉਹਨਾਂ ਦੀਆਂ ਲੋੜਾਂ ਦੇ ਅਨੁਸਾਰ, ਸਮਰੱਥਾਵਾਂ ਦੇ ਅਨੁਸਾਰ ਸਿਖਾਉਣਾ। ਤਾਂ ਇਹ ਕੀ ਹੋ ਗਿਆ, ਮਤਲਬ ਪੜ੍ਹਾਉਣਾ, ਇਹ ਕੀ ਹੋ ਗਿਆ ਪਰਸਨਲਾਈਜ਼ਡ ਟੀਚਿੰਗ ਹੋ ਗਈ ਹੈ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਜੀ। ਨੈਕਸਟ ਕੁਐਸਚਨ ਹੈ ਸੈਕੰਡਰੀ ਪੱਧਰ 'ਤੇ ਰੇਖਾ ਗਣਿਤ ਦਾ ਅਧਿਆਪਨ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਥਿਊਰਮਾਂ ਲਈ ਸਭ ਤੋਂ ਬਿਹਤਰ ਹੋਏਗੀ। ਤਾਂ ਦੇਖੋ ਜੀ ਤੁਸੀਂ ਕੀ ਕਰਨਾ, ਥਿਊਰਮਾਂ ਪੜ੍ਹਾਉਣੀਆਂ ਨਹੀਂ, ਠੀਕ ਹੈ, ਤਾਂ ਉਸ ਦੇ ਵਿੱਚ ਵਿਸ਼ਲੇਸ਼ਣ ਅਤੇ ਸੰਸਲੇਸ਼ਣ ਦੋਨੋਂ ਆ ਜਾਣਗੇ, ਮਤਲਬ ਕਿ ਐਨਾਲਿਸਿਸ ਅਤੇ ਸਿੰਥੈਸਿਸ ਦੋਨੋਂ ਮੈਥਡਾਂ ਨੂੰ ਆਪਾਂ ਕੰਬਾਈਨ ਕਰਕੇ ਉਸ ਦੇ ਵਿੱਚ ਇਹ ਥਿਊਰਮਾਂ ਸਮਝਾ ਸਕਦੇ ਹਾਂ। ਨੈਕਸਟ ਗੱਲ ਆ ਗਈ ਜੀ ਗਣਿਤ ਦੇ ਵੱਖ-ਵੱਖ ਸੂਤਰ ਪ੍ਰਾਪਤ ਕੀਤੇ ਜਾ ਸਕਦੇ ਨੇ। ਤਾਂ ਵੱਖ-ਵੱਖ ਜਿਹੜੇ ਸੂਤਰ ਨੇ ਉਹ ਕਿਸ ਤਰੀਕੇ ਨਾਲ ਪ੍ਰਾਪਤ ਕੀਤੇ ਜਾ ਸਕਦੇ ਨੇ, ਇਹ ਆਪਾਂ ਨੇ ਇਸ ਦੇ ਵਿੱਚ ਦੱਸਣਾ ਸੀ। ਤਾਂ ਆਗਮਨ ਵਿਧੀ ਦੁਆਰਾ ਆਪਾਂ ਕੀ ਕਰਦੇ ਹਾਂ, ਉਦਾਹਰਨ ਤੋਂ ਸੂਤਰ ਵੱਲ ਯਾਨੀ ਕਿ ਰੂਲ ਵੱਲ ਪਹੁੰਚਦੇ ਹਾਂ। ਤਾਂ ਇਹ ਆਪਸ਼ਨ ਇਸ ਦੇ ਵਿੱਚ ਰਾਈਟ ਆਨਸਰ ਹੋਵੇਗਾ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਮਾਈਕਰੋ ਟੀਚਿੰਗ ਦੇ ਕੁਐਸਚਨ ਆ ਗਿਆ। ਮਾਈਕਰੋ ਟੀਚਿੰਗ ਬਾਰੇ ਆਪਾਂ ਨੇ ਇਸ ਦੇ ਵਿੱਚ ਦੱਸਣਾ ਹੈਗਾ। ਤਾਂ ਦੇਖੋ ਮਾਈਕਰੋ ਟੀਚਿੰਗ ਬਾਰੇ ਕਿਹੜਾ ਸਹੀ ਨਹੀਂ ਪੁੱਛਿਆ ਇਹਨਾਂ ਨੇ। ਤਾਂ ਪਹਿਲੀ ਆਪਸ਼ਨ ਪੜ੍ਹਦੇ ਹਾਂ ਆਪਾਂ, ਇਹ ਅਧਿਆਪਕ ਸਿਖਲਾਈ ਤਕਨੀਕ ਹੈ, ਬਿਲਕੁਲ ਸਹੀ ਹੈ। ਤਾਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਟੀਚਰ ਬਣਨ ਦੀ ਟ੍ਰੇਨਿੰਗ ਲੈ ਰਹੇ ਹੋ, ਤਾਂ ਉਹਦੀ ਇੱਕ ਤਕਨੀਕ ਹੈ। ਜਮਾਤ ਦੇ ਆਕਾਰ ਨੂੰ 5-7 ਵਿਦਿਆਰਥੀਆਂ ਤੱਕ ਸੀਮਿਤ ਕਰਕੇ ਵਾਤਾਵਰਨ ਨਿਯੰਤਰਿਤ ਕੀਤਾ ਜਾਂਦਾ, ਬਿਲਕੁਲ ਸਹੀ, ਘੱਟ ਵਿਦਿਆਰਥੀ ਹੁੰਦੇ ਨੇ ਇਹਦੇ 'ਚ, ਠੀਕ ਹੈ। ਸਧਾਰਨ ਕੌਸ਼ਲਾਂ ਦੀ ਬਜਾਏ ਖਾਸ ਕੌਸ਼ਲਾਂ 'ਤੇ ਧਿਆਨ ਦਿੱਤਾ ਜਾਂਦਾ, ਸਹੀ ਗੱਲ ਹੈ। ਅਤੇ ਇਹ ਪੁਆਇੰਟ ਜਿਹੜਾ ਇਹ ਸਹੀ ਨਹੀਂ ਹੈਗਾ, ਇਹ ਸਧਾਰਨ ਜਮਾਤ ਅਧਿਆਪਨ ਤਕਨੀਕ ਹੈ ਜੋ ਸਕੂਲ ਅਧਿਆਪਕਾਂ ਵੱਲੋਂ ਵਰਤੀਆਂ ਜਾਂਦਾ ਹੈ, ਮਤਲਬ ਵਰਤੀ ਜਾਂਦੀ ਹੈ, ਕਿੱਦਾਂ ਵੀ ਲਗਾ ਲਓ, ਠੀਕ ਹੈ। ਤਾਂ ਇਹ ਮਤਲਬ ਸਕੂਲ ਅਧਿਆਪਕਾਂ ਵੱਲੋਂ ਤਾਂ ਨਹੀਂ ਵਰਤੀ ਜਾਂਦੀ, ਤਾਂ ਇਹ ਕਥਨ ਕੀ ਹੋ ਗਿਆ, ਸਹੀ ਨਹੀਂ ਆਪਾਂ ਨੇ ਸਿਲੈਕਟ ਕਰਨਾ ਸੀ, ਤਾਂ ਸਹੀ ਨਹੀਂ ਹੈ ਇਹ। ਵਿਵਾਦਿਤ ਵਿਸ਼ਿਆਂ ਨੂੰ ਪੜ੍ਹਾਉਣ ਲਈ ਕਿਹੜੀ ਅਧਿਆਪਨ ਵਿਧੀ ਸਭ ਤੋਂ ਢੁਕਵੀਂ ਹੋਏਗੀ। ਤਾਂ ਵਿਚਾਰ ਵਟਾਂਦਰਾ ਯਾਨੀ ਕਿ ਡਿਸਕਸ਼ਨ ਮੈਥਡ ਹੈ, ਉਹ ਸਭ ਤੋਂ ਬੈਸਟ ਰਹੇਗਾ। ਇਹ ਆਪਾਂ ਨੇ ਕੀ ਪੜ੍ਹਿਆ ਸੀ ਵੀ ਡਿਸਕਸ ਕਰਨਗੇ, ਕੋਈ ਟੌਪਿਕ ਦੇ ਤਾ ਵੀ ਡਿਸਕਸ ਕਰੋ, ਵੀ ਉਹ ਕੋਈ ਕਹੂਗਾ ਵੀ ਸਹੀ ਹੈ, ਕੋਈ ਕਹੂਗਾ ਗਲਤ ਹੈ ਨਾ, ਇਸ ਤਰੀਕੇ ਨਾਲ ਡਿਸਕਸ਼ਨ ਹੀ ਸਭ ਤੋਂ ਬੈਸਟ ਰਹੇਗੀ। ਲੈਕਚਰ ਵੀ ਨਹੀਂ ਆਪਾਂ ਦੇ ਸਕਦੇ ਵੀ ਟੀਚਰ ਲੈਕਚਰ ਦੇ ਕੇ ਵਗ ਗਿਆ, ਬੱਚੇ ਮਾਈਂਡ ਕਰ ਗਏ, ਠੀਕ ਹੈ। ਸਰੋਤ ਵਿਧੀ ਜਾਂ ਪ੍ਰੋਜੈਕਟ ਵਿਧੀ ਵੀ ਨਹੀਂ ਇਹਦੇ ਵਿੱਚ ਵਰਤੀ ਜਾ ਸਕਦੀ। ਅਤੇ ਇਸ ਤੋਂ ਬਾਅਦ ਆਪਾਂ ਨੈਕਸਟ ਡਿਸਕਸ ਕਰਦੇ ਹਾਂ ਇੱਕ ਪ੍ਰੋਜੈਕਟ ਦਿਲੋਂ ਮਕਸਦ ਵਾਲੀ ਕਿਰਿਆ ਹੈ ਜੋ ਕੁਦਰਤੀ ਰੂਪ ਵਿੱਚ ਆਮ ਤੌਰ 'ਤੇ ਕੀਤੀ ਜਾਂਦੀ ਹੈ। ਕਿਸ ਨੇ ਕਿਹਾ, ਇਹ ਕਿਲਪੈਟਰਿਕ ਨੇ ਗੱਲ ਕੀਤੀ ਹੈ ਪ੍ਰੋਜੈਕਟ ਦੀ, ਠੀਕ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ, ਇਹ ਕੁਐਸਚਨ ਵਿੱਚ ਕੁਝ ਵੈਸੇ ਆ ਗਿਆ ਸੀ ਕਿ ਸੰਗੀਤ ਅਚੇਤਨ ਮਨ ਵਿੱਚ ਅੰਕਾਂ ਵਿੱਚ ਵਿਚਰਨ ਦੇ ਨਾਲ ਜੁੜਿਆ ਅੰਕ ਗਣਿਤ ਦਾ ਆਧੁਨਿਕ ਲੁਕਵਾਂ ਅਭਿਆਸ ਹੈ। ਤਾਂ ਇਹ ਗੱਲ ਲੀਬਨੀਜ਼ ਨੇ ਕਹੀ ਸੀ। ਤਾਂ ਅਧਿਆਪਨ ਦਾ ਹਿਊਰਿਸਟਿਕ ਮੈਥਡ ਕਿਸ ਨੇ ਦਿੱਤਾ, ਲਓ H.E. ਆਰਮਸਟਰੌਂਗ ਨੇ। ਤਾਂ ਹਿਊਰਿਸਟਿਕ ਮੈਥਡ 'ਤੇ 2 ਕੁਐਸਚਨ ਆ ਗਏ, ਪ੍ਰੋਜੈਕਟ ਮੈਥਡ 'ਤੇ 2 ਕੁਐਸਚਨ ਆ ਗਏ। ਅਤੇ ਇਹਦਾ ਇਸ ਤਰ੍ਹਾਂ ਇਹ ਤਾਂ ਮਤਲਬ ਮੈਂ ਕੁਝ ਕੁ ਪੇਪਰਾਂ 'ਚ ਚੱਕੇ ਨੇ, ਤਾਂ ਸਾਰੇ ਪੇਪਰਾਂ 'ਚ ਆਪਾਂ ਦੇਖਾਂਗੇ ਤਾਂ ਬਹੁਤੇ ਕੁਐਸਚਨ ਜਿਹੜੇ ਟੌਪਿਕਾਂ ਦੇ ਉੱਤੇ ਰਿਪੀਟ ਹੋ ਰਹੇ ਨੇ। ਤਾਂ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ਾਂ ਨੂੰ ਪੜ੍ਹਿਆ ਕਰੋ। ਨੈਕਸਟ ਇੱਕ ਕੁਝ ਕੁਐਸਚਨ ਹੋਰ ਨੇ
ਵਾਈਲ ਟੀਚਿੰਗ ਗ੍ਰਾਮਰ ਮਿਸਿਸ ਕੁਮਾਰ ਪ੍ਰੈਫਰਸ ਟੂ ਮੇਕ ਅਪ ਐਗਜ਼ਾਮਪਲ ਬਿਫੋਰ ਚਿਲਡਰਨ ਡਰਾ ਦੇਅਰ ਕਨਕਲੂਜਨ। ਤਾਂ ਕਨਕਲੂਜਨ ਤੋਂ ਪਹਿਲਾਂ ਇਹਨਾਂ ਨੂੰ ਐਗਜ਼ਾਮਪਲ ਦਿੱਤੀਆਂ ਜਾ ਰਹੀਆਂ ਨੇ, ਤਾਂ ਇਹ ਕੀ ਹੈ ਇੰਡਕਟਿਵ ਮੈਥਡ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਵਿਚ ਟਾਈਪ ਆਫ ਟੀਚਿੰਗ ਪ੍ਰੋਵਾਈਡਸ ਦਾ ਸਟਰੈਂਥਨ ਆਫ ਕਰੈਕਟ ਲੈਂਗੁਏਜ ਹੈਬਿਟਸ ਆਫਟਰ ਇਨਕਰੈਕਟ ਹੈਬਿਟਸ ਹੈਵ ਬੀਨ ਬਰੋਕਨ। ਅਤੇ ਸਿੰਪਲ ਜੀ ਗੱਲ ਹੈ ਰਿਮੀਡੀਅਲ ਟੀਚਿੰਗ ਹੈ, ਮਤਲਬ ਕਿ ਲੈਂਗੁਏਜ ਦੀਆਂ ਹੈਬਿਟਸ ਨੇ ਜਿਹੜੀਆਂ ਉਹਨਾਂ ਨੂੰ ਕਰੈਕਟ ਕਰਨਾ ਹੈ ਨਾ, ਵੀ ਉਸ ਦੇ ਲਈ ਸਮਰੱਥਾ ਨੂੰ ਪ੍ਰੋਵਾਈਡ ਕਰਵਾਉਣਾ ਹੈ, ਤਾਂ ਇਹ ਰਿਮੀਡੀਅਲ ਟੀਚਿੰਗ ਹੋਏਗੀ। ਨੈਕਸਟ ਗੱਲ ਹੈਗੀ ਅਧਿਐਨ ਦੀ ਇੱਕ ਪਹੁੰਚ ਜਿਸ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਆਪਕਾਂ ਦੁਆਰਾ ਦੱਸੇ ਜਾਣ ਦੀ ਬਜਾਏ ਉਹਨਾਂ ਦੇ ਆਪਣੇ ਸੁਤੰਤਰ ਯਤਨਾਂ ਨਾਲ ਤੱਥਾਂ ਅਤੇ ਉਹਨਾਂ ਦੇ ਹੱਲ ਬਾਰੇ ਜਾਣਨ ਵਿੱਚ ਸ਼ਾਮਲ ਤੌਰ 'ਤੇ ਮਹੱਤਵਪੂਰਨ ਜ਼ੋਰ ਦਿੱਤਾ ਜਾਂਦਾ। ਤਾਂ ਡਿਸਕਵਰੀ ਮਤਲਬ ਉਹ ਖੁਦ ਖੋਜ ਕਰਦੇ ਨੇ, ਠੀਕ ਹੈ, ਅਧਿਆਪਕਾਂ ਦੁਆਰਾ ਨਹੀਂ ਕੁਛ ਦੱਸਿਆ ਜਾ ਰਿਹਾ, ਉਹ ਖੁਦ ਮਤਲਬ ਤੱਥਾਂ ਨੂੰ ਕੀ ਕਰ ਰਹੇ ਨੇ, ਹੱਲ ਕਰ ਰਹੇ ਨੇ, ਸਮੱਸਿਆ ਦਾ ਹੱਲ ਕਰਨ ਲਈ ਖੁਦ ਉਹ ਤੱਥਾਂ ਨੂੰ ਲੱਭ ਰਹੇ ਨੇ, ਤਾਂ ਇਹ ਕੀ ਹੋ ਗਈ ਡਿਸਕਵਰੀ ਹੋ ਗਈ। ਤਾਂ ਇਸ ਤਰੀਕੇ ਨਾਲ ਦੋਸਤੋ ਅੱਜ ਦੀ ਕਲਾਸ ਆਪਣੀ ਸਮਾਪਤ ਹੁੰਦੀ ਹੈ। ਥੈਂਕ ਯੂ ਸੋ ਮੱਚ, ਅਤੇ ਜ਼ਰੂਰ ਦੱਸਿਓ ਵੀ ਕਲਾਸ ਕਿਸ ਤਰ੍ਹਾਂ ਦੀ ਲੱਗੀ।